ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਪੰਜਾਬ ਜੌਬਸ ਅਕੈਡਮੀ। ਪੰਜਾਬ ਜੌਬਸ ਅਕੈਡਮੀ 'ਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਪੰਜਾਬੀ ਭਾਸ਼ਾ ਦੇ ਕੁਆਲੀਫਾਈਂਗ ਪੇਪਰ ਦਾ ਸਾਰਿਆਂ ਨੂੰ ਪਤਾ ਹੀ ਹੈ। ਪੰਜਾਬ ਦੇ ਸਾਰੇ ਪੇਪਰਾਂ ਦੇ ਲਈ ਜਿਹੜਾ ਕੁਆਲੀਫਾਈ ਕਰਨਾ ਮੈਂਡੇਟਰੀ ਕੀਤਾ ਹੋਇਆ। ਅਤੇ ਆਪਾਂ PTE+B ਦਾ ਸਿਲੇਬਸ ਇਹਦੇ ਵਿੱਚ ਕਵਰ ਕਰ ਰਹੇ ਸੀ। ਆਪਾਂ ਕਾਫੀ ਪੋਰਸ਼ਨ ਪੰਜਾਬੀ ਵਿਆਕਰਨ ਦਾ ਕਵਰ ਕਰ ਚੁੱਕੇ ਹਾਂ। ਸ਼ਬਦ ਬੋਧ ਦਾ ਵੀ ਆਪਾਂ ਨਾਮ ਪੜਨਾਮ ਅਤੇ ਵਿਸ਼ੇਸ਼ਣ ਕਵਰ ਕਰ ਚੁੱਕੇ ਹਾਂ। ਅੱਜ ਆਪਾਂ ਕਵਰ ਕਰਨੀ ਹੈ ਲਿੰਗ ਵਚਨ ਅਤੇ ਕਿਰਿਆ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਜਿਹੜੇ ਟੌਪਿਕਸ ਬਚਣਗੇ ਉਹ ਆਪਾਂ ਅਗਲੀ ਵੀਡੀਓ 'ਚ ਡਿਸਕਸ ਕਰ ਲਾਂਗੇ। ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਟੌਪਿਕ ਦੇ ਨਾਲ। ਕਿਰਿਆ ਕੀ ਹੁੰਦੀ ਹੈ? ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਦਾ ਪਤਾ ਲੱਗਦਾ ਸਾਨੂੰ, ਉਹ ਵੀ ਉਹਦੇ ਕਾਲ ਸਹਿਤ, ਮਤਲਬ ਉਹਦੇ ਟਾਈਮ ਸਹਿਤ। ਮਤਲਬ ਜਦੋਂ ਜੇ ਕੋਈ ਵੀ ਕੰਮ ਹੋ ਰਿਹਾ ਜਾਂ ਕੋਈ ਵੀ ਕੰਮ ਕੀਤਾ ਜਾ ਰਿਹਾ ਤਾਂ ਉਹਦਾ ਸਾਨੂੰ ਗਿਆਨ ਹੋ ਰਿਹਾ ਉਹਦੇ ਟਾਈਮ ਸਹਿਤ, ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ? ਉਹਨਾਂ ਸ਼ਬਦਾਂ ਨੂੰ ਅਸੀਂ ਕਿਰਿਆ ਕਹਿੰਦੇ ਹਾਂ। ਮਤਲਬ ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦਾ ਉਹਦੇ ਟਾਈਮ ਸਹਿਤ ਹੋਣ ਜਾਂ ਕਰਨ ਦਾ ਪਤਾ ਲੱਗਦਾ। ਜਿਵੇਂ ਮੈਂ ਕਿਹਾ ਕਿ ਮੈਂ ਸਕੂਲ ਜਾਂਦਾ ਹਾਂ, ਮੈਂ ਸਕੂਲ ਜਾਂਦਾ ਹਾਂ, ਤਾਂ ਕੀ ਹੋ ਰਿਹਾ? ਇਹ ਪਤਾ ਲੱਗ ਰਿਹਾ ਕਿ ਮੈਂ ਕੀ ਕਰ ਰਿਹਾ, ਮੈਂ ਸਕੂਲ ਜਾ ਰਿਹਾ, ਜਾਂਦਾ ਹਾਂ। ਠੀਕ ਹੈ, ਮਤਲਬ ਕਿ ਕਿਹਦੀ ਗੱਲ ਹੋ ਰਹੀ ਹੈ? ਪ੍ਰੈਜੈਂਟ ਦੀ ਗੱਲ ਹੋ ਰਹੀ ਆ। ਕਾਲ ਸਾਹਿਤ ਪਤਾ ਲੱਗ ਰਿਹਾ ਨਾ, ਜਾਂਦਾ ਸੀ ਵੀ ਹੋ ਸਕਦਾ ਸੀ, ਜਾਂਦਾ ਹੋਵੇਗਾ ਵੀ ਹੋ ਸਕਦਾ ਸੀ, ਪਰ ਇੱਥੇ ਜਾਂਦਾ ਹਾਂ ਮਤਲਬ ਟਾਈਮ ਦੇ ਨਾਲ ਪਤਾ ਲੱਗ ਰਿਹਾ ਕਿ ਹਾਂ ਹੁਣ ਪ੍ਰੈਜੈਂਟ ਦੀ ਗੱਲ ਚੱਲ ਰਹੀ ਹੈ ਅਤੇ ਮੈਂ ਸਕੂਲ ਜਾਂਦਾ ਹਾਂ, ਮਤਲਬ ਕਿ ਸਕੂਲ ਜਾਣ ਦੀ ਕਿਰਿਆ ਹੋ ਰਹੀ ਹੈ। ਠੀਕ ਹੈ, ਕਿਸੇ ਕੰਮ ਦੇ ਹੋਣ ਜਾਂ ਕਿਸੇ ਕੰਮ ਦੇ ਕਰਨ ਦਾ ਪਤਾ ਲੱਗੇ। ਕਿਰਿਆ ਮੁੱਖ ਰੂਪ ਨਾਲ ਦੋ ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਹੁੰਦੀ ਹੈ ਆਕਰਮਕ ਕਿਰਿਆ। ਠੀਕ ਹੈ, ਪਹਿਲੀ ਹੁੰਦੀ ਹੈ ਆਕਰਮਕ ਕਿਰਿਆ, ਦੂਸਰੀ ਹੁੰਦੀ ਹੈ ਸਕਰਮਕ ਕਿਰਿਆ। ਕਿਤੇ ਵੀ ਤੁਹਾਨੂੰ ਜੇ ਇਸ ਤਰ੍ਹਾਂ ਦਾ ਕੁਐਸਚਨ ਪੁੱਛਿਆ ਜਾਵੇ ਕਿ ਕਿਰਿਆ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਤਾਂ ਤੁਸੀਂ ਉਹਦਾ ਸਿਰਫ ਇਹੀ ਜਵਾਬ ਦੇਣਾ, ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ। ਹਾਲਾਂਕਿ ਜਿਹੜੇ ਹੋਰ ਟਾਈਪਸ ਬਣਦੇ ਨੇ, ਮੁੱਖ ਕਿਰਿਆ ਹੋਵੇ ਜਾਂ ਸਸਰੰਗੀ ਕਿਰਿਆ ਹੋਵੇ, ਪ੍ਰੇਰਣਾਰਥਕ ਕਿਰਿਆ ਹੋਵੇ ਜਾਂ ਦੋਹਰੀ ਪ੍ਰੇਰਣਾਰਥਕ ਕਿਰਿਆ ਹੋਵੇ ਜਾਂ ਸਧਾਰਨ ਕਿਰਿਆ ਹੋਵੇ, ਇਹ ਸਾਰੇ ਆਪਾਂ ਅੱਜ ਦੀ ਵੀਡੀਓ 'ਚ ਡਿਸਕਸ ਜ਼ਰੂਰ ਕਰਾਂਗੇ। ਪਰ ਜਿਹੜੇ ਕਿਰਿਆ ਦੇ ਮੇਨ ਦੋ ਟਾਈਪ ਹੁੰਦੇ ਨੇ ਉਹ ਇਹ ਹੀ ਦੋਨੋਂ ਟਾਈਪ ਹੁੰਦੇ ਨੇ, ਆਕਰਮਕ ਕਿਰਿਆ ਅਤੇ ਸਕਰਮਕ ਕਿਰਿਆ। ਕਿਰਿਆ ਬਾਰੇ ਕੁਝ ਵਿਸ਼ੇਸ਼ਤਾਵਾਂ ਸਮਝ ਲਓ ਤੁਸੀਂ। ਹਰ ਇੱਕ ਵਾਕ ਵਿੱਚ ਕਿਰਿਆ ਹੁੰਦੀ ਹੈ। ਜੇ ਮੈਂ ਕਿਹਾ ਕਿ ਉਹ ਹੈ, ਤਾਂ ਇਹਦੇ ਵਿੱਚ ਵੀ ਇੱਕ ਕਿਰਿਆ ਹੈ। ਪਤਾ ਕੀ ਹੈ? ਕਿਵੇਂ ਕਿਰਿਆ? ਇਹ ਜਿਹੜੀ ਸਸਰੰਗੀ ਕਿਰਿਆ ਹੁੰਦੀ ਹੈ ਉਹ ਇਸੇ ਨੂੰ ਕਹਿੰਦੇ ਨੇ। ਆਪਾਂ ਅੱਗੇ ਸਮਝਾਂਗੇ, ਇਹਦੀ ਡਿਸਕਸ ਕਰਾਂਗੇ ਆਪਾਂ, ਕੋਈ ਗੱਲ ਨਹੀਂ। ਮਤਲਬ ਕੋਈ ਵੀ ਵਾਕ ਬਿਨਾਂ ਕਿਰਿਆ ਤੋਂ ਸੋਚਿਆ ਵੀ ਨਹੀਂ ਜਾ ਸਕਦਾ ਕਿਸੇ ਵਾਕ ਬਾਰੇ। ਆਮ ਤੌਰ 'ਤੇ ਕਿਰਿਆ ਵਾਕ ਦੇ ਅੰਤ ਵਿੱਚ ਆਉਂਦੀ ਹੈ ਅਤੇ ਕਿਰਿਆ ਤੋਂ ਵਾਕ ਦੇ ਵਿੱਚ ਕਰਤਾ, ਕਰਮ ਅਤੇ ਕਰਨ ਦਾ ਪਤਾ ਲੱਗਦਾ। ਕਰਤਾ, ਕਰਮ ਅਤੇ ਕਰਨ ਕੀ ਹੁੰਦੇ ਨੇ ਇੱਕ ਵਾਰੀ ਸਮਝੋ। ਹੁਣ ਦੇਖੋ, ਕਰਤਾ, ਸਭ ਤੋਂ ਪਹਿਲਾਂ ਕਰਤਾ, ਮੈਂ ਕਿਹਾ ਕਿ ਮੈਂ ਹੱਥ ਨਾਲ ਕੰਮ ਕਰ ਰਿਹਾ ਹਾਂ। ਮੈਂ ਹੱਥ ਨਾਲ ਕੰਮ ਕਰ ਰਿਹਾ। ਮੈਂ, ਜਿਹੜਾ ਬੰਦਾ ਕੰਮ ਕਰ ਰਿਹਾ ਉਹਨੂੰ ਕਿਹਾ ਜਾਂਦਾ ਹੈ ਕਰਤਾ। ਮਤਲਬ ਮੈਂ ਕੰਮ ਕਰ ਰਿਹਾ ਤਾਂ ਮੈਂ ਕੀ ਹਾਂ ਇਹਦੇ ਵਿੱਚ? ਕਰਤਾ। ਦੂਸਰਾ ਹੁੰਦਾ ਹੈ ਕਰਮ। ਕਰਮ ਹੁੰਦਾ ਕਿ ਜਿਹੜਾ ਵੀ ਕੁਝ ਕੀਤਾ ਜਾ ਰਿਹਾ, ਇੱਥੇ ਕੰਮ ਕੀਤਾ ਜਾ ਰਿਹਾ, ਸਪੈਸੀਫਿਕ ਆਪਣੇ ਕੋਲ ਸਿਰਫ ਕੰਮ ਹੀ ਹੈ, ਹੋਰ ਕੁਛ ਨਹੀਂ। ਠੀਕ ਹੈ, ਤਾਂ ਇੱਥੇ ਆਪਣੇ ਕੋਲ ਕੰਮ ਕੀ ਹੋ ਗਿਆ? ਕੰਮ ਕਰਮ ਹੋ ਗਿਆ। ਠੀਕ ਹੈ, ਕਰ ਰਿਹਾ ਤਾਂ ਕੀ ਹੋ ਗਈ? ਕਰਨਾ ਕੀ ਹੋ ਗਿਆ? ਕਿਰਿਆ ਹੋ ਗਈ। ਅਤੇ ਜਿਹੜਾ ਕਰਨ ਹੋ ਗਿਆ ਨਾ, ਕਰਨ ਹੋ ਗਿਆ ਹੱਥ। ਮਤਲਬ ਕਿ ਜਿਸ ਦੇ ਨਾਲ ਕੰਮ ਕੀਤਾ ਜਾਂਦਾ ਉਹਨੂੰ ਕਿਹਾ ਜਾਂਦਾ ਕਰਨ। ਕਰਤਾ ਹੁੰਦਾ ਜਿਹੜਾ ਕੰਮ ਕਰਦਾ ਉਹਨੂੰ ਕਰਤਾ ਕਿਹਾ ਜਾਂਦਾ ਹੈ। ਕਰਮ ਜਿਹੜਾ ਸਪੈਸੀਫਿਕ ਕੰਮ ਕੀਤਾ ਜਾਂਦਾ ਉਹਨੂੰ ਕਰਮ ਕਹਿੰਦੇ ਨੇ। ਅਤੇ ਕਰਨ ਜਿਸ ਦੇ ਨਾਲ ਕੰਮ ਕੀਤਾ ਜਾਂਦਾ, ਜਿਸ ਸੋਰਸ ਨਾਲ ਕੰਮ ਕੀਤਾ ਜਾਂਦਾ ਉਹਨੂੰ ਕਰਨ ਕਹਿੰਦੇ ਨੇ। ਅਤੇ ਕਿਰਿਆ ਕੀ ਹੁੰਦੀ ਹੈ? ਜਿਹੜਾ ਵੀ ਕੁਝ ਵਾਕ ਦੇ ਵਿੱਚ ਹੋ ਰਿਹਾ ਹੈ ਉਹਨੂੰ ਅਸੀਂ ਕਿਰਿਆ ਕਹਿੰਦੇ ਹਾਂ। ਮਤਲਬ ਵਾਕ ਦੇ ਵਿੱਚ ਵੀ ਆ, ਪ੍ਰੈਕਟੀਕਲ ਤੌਰ 'ਤੇ ਮੰਨ ਕੇ ਚੱਲੀਏ, ਜਿਹੜਾ ਵੀ ਕੁਝ ਹੋ ਰਿਹਾ ਉਹਨੂੰ ਅਸੀਂ ਕਿਰਿਆ ਕਹਿੰਦੇ ਹਾਂ। ਠੀਕ ਹੈ, ਜਿਵੇਂ ਇੱਥੇ ਤਾਂ ਮੈਂ ਲਿਆ ਕਿ ਮੈਂ ਹੱਥ ਨਾਲ ਕੰਮ ਕਰ ਰਿਹਾ, ਇੱਥੇ ਮੈਂ ਕੁਛ ਹੋਰ ਵੀ ਲੈ ਸਕਦਾ ਸੀ। ਜਿਵੇਂ ਕਿ ਆਪਾਂ ਲੈ ਸਕਦੇ ਮੈਂ ਪੈਨ ਨਾਲ ਨਾਮ ਲਿਖ ਰਿਹਾ ਹਾਂ, ਨਾਮ, ਜਾਂ ਚਿੱਠੀ ਲਿਖ ਰਿਹਾ ਹਾਂ, ਮੰਨ ਲਓ ਲੈਟਰ ਲਿਖ ਰਿਹਾ ਹਾਂ, ਲੈਟਰ। ਠੀਕ ਆ, ਲਿਖ ਰਿਹਾ ਹਾਂ। ਤਾਂ ਇੱਥੇ ਕੀ ਹੋ ਗਿਆ? ਇੱਥੇ ਪੈਨ ਕੀ ਹੋ ਗਿਆ? ਕਰਨ ਹੋ ਗਿਆ। ਮੈਂ ਕਰਤਾ ਹੋ ਗਿਆ, ਪੈਨ ਕਰਨ ਹੋ ਗਿਆ, ਲੈਟਰ ਜਾਂ ਨਾਮ ਇਹ ਇੱਥੇ ਕਰਮ ਹੋ ਗਏ, ਅਤੇ ਲਿਖਣਾ ਕੀ ਹੋ ਗਈ? ਇੱਥੇ ਕਿਰਿਆ ਹੋ ਗਈ। ਕਰਤਾ, ਕਰਮ, ਕਰਨ, ਉਮੀਦ ਕਰਦਾ ਤੁਹਾਨੂੰ ਸਮਝ ਲੱਗ ਗਿਆ ਹੋਣਾ। ਕਰਨ ਕੀ ਹੁੰਦਾ? ਕਰਨ ਜਿਹੜਾ ਸੋਰਸ ਯੂਜ਼ ਕਰਕੇ ਕੋਈ ਕੰਮ ਕੀਤਾ ਜਾ ਰਿਹਾ। ਠੀਕ ਹੈ ਜੀ।
ਚੱਲਦੇ ਹਾਂ ਅੱਗੇ। ਹੁਣ ਆਪਾਂ ਦੇਖ ਲੈਂਦੇ ਹਾਂ ਕਿਰਿਆ ਦੇ ਵੱਖ-ਵੱਖ ਟਾਈਪ ਕਿਹੜੇ ਹੁੰਦੇ ਨੇ। ਸਭ ਤੋਂ ਪਹਿਲਾਂ ਮੇਨਲੀ ਅਸੀਂ ਕਿਰਿਆ ਨੂੰ ਚਾਰ ਤਰੀਕਿਆਂ ਨਾਲ ਵੰਡ ਸਕਦੇ ਹਾਂ। ਪਹਿਲੀ ਹੁੰਦੀ ਹੈ ਆਕਰਮਕ ਕਿਰਿਆ ਅਤੇ ਸਕਰਮਕ ਕਿਰਿਆ। ਸਕਰਮਕ ਕਿਰਿਆ ਦਾ ਹੀ ਇੱਕ ਹਿੱਸਾ ਹੁੰਦਾ ਹੈ ਦੁਕਰਮਕ ਕਿਰਿਆ, ਸਮਝਾਂਗੇ ਅੱਗੇ ਕਿਵੇਂ। ਉਸ ਤੋਂ ਬਾਅਦ ਦੂਜੇ ਹੁੰਦੇ ਨੇ ਆਪਣੇ ਕੋਲ ਦੂਜੇ ਪ੍ਰਕਾਰ ਦੀ ਸਧਾਰਨ ਕਿਰਿਆ, ਪ੍ਰੇਰਣਾਰਥਕ ਜਾਂ ਦੋਹਰੀ ਪ੍ਰੇਰਣਾਰਥਕ ਕਿਰਿਆ। ਤੀਜੀ ਹੁੰਦੀ ਆਪਣੇ ਕੋਲ ਇਕਹਿਰੀ ਜਾਂ ਸੰਯੁਕਤ ਕਿਰਿਆ। ਚੌਥੀ ਹੁੰਦੀ ਆਪਣੇ ਕੋਲ ਮੂਲ ਕਿਰਿਆ ਜਾਂ ਮੂਲ ਕਿਰਿਆ ਅਤੇ ਸਹਾਇਕ ਕਿਰਿਆ। ਠੀਕ ਹੈ, ਇਸ ਤਰ੍ਹਾਂ ਚਾਰ ਤਰੀਕਿਆਂ ਦੇ ਵਿੱਚ ਅਸੀਂ ਕਿਰਿਆ ਨੂੰ ਵੰਡ ਸਕਦੇ ਹਾਂ। ਸ਼ੁਰੂ ਕਰਦੇ ਹਾਂ ਇੱਕ ਇੱਕ ਦੇ ਨਾਲ, ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲੀ ਆਪਣੇ ਕੋਲ ਆ ਜਾਂਦੀ ਆ ਕਰਮ ਦੇ ਆਧਾਰ 'ਤੇ ਜਿਹੜੀ ਪਹਿਲੀ ਵੰਡ ਹੁੰਦੀ ਆ, ਉਹ ਹੁੰਦੀ ਆ ਆਕਰਮਕ ਕਿਰਿਆ ਅਤੇ ਸਕਰਮਕ ਕਿਰਿਆ। ਦੇਖੋ ਇਹਦੇ ਵਿੱਚ ਕਰਮ ਦੇ ਆਧਾਰ 'ਤੇ ਹੁੰਦਾ ਕਿ ਇਹਦੇ ਵਿੱਚ ਕਰਮ ਹੈ ਜਾਂ ਨਹੀਂ, ਜਾਂ ਕਿਸ ਤਰ੍ਹਾਂ ਦਾ ਕਰਮ ਹੈ। ਅਕਰਮ, ਤੁਹਾਨੂੰ ਨਾਮ ਤੋਂ ਹੀ ਸਮਝਣਾ ਚਾਹੀਦਾ। ਅਕਰਮ ਜਿਹਦੇ ਵਿੱਚ ਕਰਮ ਹੈ ਹੀ ਨਹੀਂ। ਮੈਂ ਜਾਂਦਾ ਹਾਂ, ਮੈਂ ਜਾਂਦਾ ਹਾਂ, ਮੈਂ ਕਰਤਾ ਹੈ। ਜਾਂਦਾ ਕਿਰਿਆ ਹੋ ਰਹੀ ਹੈ, ਠੀਕ ਹੈ, ਪਰ ਕਰਮ ਇਹਦੇ ਵਿੱਚ ਹੈ ਨਹੀਂ। ਠੀਕ ਹੈ, ਮੈਂ ਜਾਂਦਾ ਹਾਂ, ਮੈਂ ਕਰਤਾ ਹੋ ਗਿਆ, ਕਿਰਿਆ ਹੋ ਗਈ ਜਾਣਾ, ਅਤੇ ਇਹਦੇ ਵਿੱਚ ਕਰਮ ਹੈ ਨਹੀਂ, ਤਾਂ ਇਹ ਕੀ ਹੋ ਗਈ? ਇਹ ਅਕਰਮਕ ਕਿਰਿਆ ਹੋ ਗਈ। ਜੇ ਮੈਂ ਇੱਥੇ ਕਹਿੰਦਾ ਕਿ ਮੈਂ ਸਕੂਲ ਜਾਂਦਾ ਹਾਂ, ਮੈਂ ਸਕੂਲ ਜਾਂਦਾ ਹਾਂ, ਤਾਂ ਇੱਥੇ ਕੀ ਹੋ ਜਾਂਦਾ? ਇੱਥੇ ਸਕੂਲ ਮੇਰਾ ਕਰਮ ਆ ਗਿਆ, ਮੈਂ ਕਰਤਾ ਹੋ ਗਿਆ, ਜਾਣਾ ਕਿਰਿਆ ਹੋ ਗਈ, ਕਰਤਾ ਇੱਥੇ ਜਿਹੜਾ ਸਕੂਲ ਹੋ ਗਿਆ ਇਹ ਕਰਮ ਹੋ ਗਿਆ। ਤਾਂ ਇਹ ਕੀ ਹੋ ਜਾਂਦੀ? ਇਹ ਹੋ ਜਾਂਦੀ ਸਕਰਮਕ ਕਿਰਿਆ। ਸਕਰਮਕ ਕਿਰਿਆ, ਠੀਕ ਹੈ। ਮਤਲਬ ਕਿ ਜਿਹੜੀ ਕਿਰਿਆ ਦੇ ਵਿੱਚ ਕਰਤਾ ਅਤੇ ਕਿਰਿਆ ਹਰ ਇੱਕ ਵਾਕ ਦੇ ਵਿੱਚ ਹੁੰਦੇ ਨੇ। ਕਰਤਾ ਅਤੇ ਕਿਰਿਆ ਹਰ ਇੱਕ ਵਾਕ ਦੇ ਵਿੱਚ ਹੁੰਦੇ ਨੇ। ਜਿਹਦੇ ਵਿੱਚ ਕਰਮ ਮੌਜੂਦ ਹੋਵੇ ਉਹਨੂੰ ਅਸੀਂ ਸਕਰਮਕ ਕਿਰਿਆ ਕਹਿੰਦੇ ਹਾਂ। ਜਿਹਦੇ ਵਿੱਚ ਕਰਮ ਨਾ ਹੋਵੇ ਉਹਨੂੰ ਅਸੀਂ ਅਕਰਮਕ ਕਹਿੰਦੇ ਹਾਂ। ਮਤਲਬ ਬਿਨਾਂ ਕਰਮ ਤੋਂ। ਠੀਕ ਹੈ, ਹੁਣ ਕਦੇ ਕਦੇ ਐਗਜ਼ਾਮੀਨਰ ਉਲਝਾਉਣ ਦੇ ਲਈ ਕੁਐਸਚਨ ਪੁੱਛ ਲੈਂਦਾ ਅਕਰਮਕ ਅਤੇ ਸਕਰਮਕ ਦੇ ਵਿੱਚੋਂ ਕਿ ਪੂਰਨ ਅਕਰਮਕ ਅਤੇ ਅਪੂਰਨ ਅਕਰਮਕ ਕੀ ਹੁੰਦੀ ਹੈ। ਅਕਰਮਕ ਕਿਰਿਆ ਨੂੰ ਵੀ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ, ਪੂਰਨ ਪਹਿਲੀ ਅਤੇ ਦੂਸਰੀ ਅਪੂਰਨ ਅਕਰਮਕ। ਅਪੂਰਨ, ਹੁਣ ਇਹਦੇ ਵਿੱਚ ਪੂਰਨ ਅਕਰਮਕ ਆਪਾਂ ਨੂੰ ਵਾਕ ਦਾ ਅਰਥ ਸਮਝ ਆ ਜਾਂਦਾ। ਉਹ ਗਾਉਂਦਾ ਹੈ, ਉਹ ਗਾਉਂਦਾ ਹੈ। ਹੁਣ ਉਹ ਗਾਉਂਦਾ ਹੈ ਆਪਾਂ ਨੂੰ ਵਾਕ ਦਾ ਅਰਥ ਸਮਝ ਆ ਰਿਹਾ, ਇਹਦੇ ਵਿੱਚ ਕਰਮ ਤਾਂ ਹੈ ਨਹੀਂ, ਹੈ ਤਾਂ ਇਹ ਅਕਰਮਕ ਕਿਰਿਆ, ਪਰ ਆਪਾਂ ਨੂੰ ਵਾਕ ਦਾ ਅਰਥ ਸਮਝ ਆ ਰਿਹਾ ਕਿ ਕੀ ਹੋ ਰਿਹਾ, ਉਹ ਗਾ ਰਿਹਾ। ਹੁਣ ਜਿਹੜੀ ਅਪੂਰਨ ਅਕਰਮਕ ਹੁੰਦੀ ਆ, ਅਪੂਰਨ ਅਕਰਮਕ ਦੇ ਵਿੱਚ ਵਾਕ ਦਾ ਆਪਾਂ ਨੂੰ ਅਰਥ ਸਮਝ ਨਹੀਂ ਆਉਂਦਾ। ਜਿਵੇਂ ਉਹ ਕਰ ਰਿਹਾ ਹੈ, ਕੀ ਕਰ ਰਿਹਾ ਹੈ ਪਤਾ ਨਹੀਂ, ਪਰ ਕਰ ਰਿਹਾ ਹੈ। ਠੀਕ ਹੈ, ਕਰਤਾ ਵੀ ਆ ਗਿਆ ਵਿੱਚ, ਕਿੱਧਰ ਗਿਆ, ਹਾਂ ਸੌਰੀ, ਹਾਂ ਇੱਥੇ ਦੇਖੋ ਆਪਣੇ ਕੋਲ ਕਰਤਾ ਵੀ ਆ ਗਿਆ, ਵਾਕ ਦੇ ਵਿੱਚ ਆਪਣੇ ਕੋਲ ਕਰਤਾ ਵੀ ਆ ਗਿਆ, ਕਿਰਿਆ ਵੀ ਹੈ, ਕਰ ਰਿਹਾ ਹੈ, ਪਰ ਕੀ ਕਰ ਰਿਹਾ ਪਤਾ ਨਹੀਂ। ਤਾਂ ਇਹ ਕੀ ਹੋ ਗਿਆ? ਇਹ ਅਪੂਰਨ ਹੋ ਗਿਆ, ਅਪੂਰਨ ਅਕਰਮਕ। ਮਤਲਬ ਕਿ ਜਿਹਦੇ ਤੋਂ ਸਾਨੂੰ ਵਾਕ ਦਾ ਅਰਥ ਸਮਝ ਨਾ ਆਵੇ ਉਹਨੂੰ ਅਪੂਰਨ ਅਕਰਮਕ ਕਹਿੰਦੇ ਆ। ਜਿਹ ਤੋਂ ਵਾਕ ਦਾ ਅਰਥ ਸਮਝ ਆ ਜਾਵੇ ਉਹਨੂੰ ਪੂਰਨ ਅਕਰਮਕ। ਐਵੇਂ ਹੀ ਸਕਰਮਕ ਦੇ ਵੀ ਦੋ ਹਿੱਸੇ ਹੁੰਦੇ ਨੇ। ਸਕਰਮਕ ਮੈਂ ਤੁਹਾਨੂੰ ਸਮਝਾਈ ਚੁੱਕਿਆ, ਜਿਹਦੇ ਵਿੱਚ ਕਰਤਾ ਅਤੇ ਕਿਰਿਆ ਦੇ ਨਾਲ ਕਰਮ ਹੋਵੇ। ਜਿਵੇਂ ਕਿ ਮੈਂ ਸਕੂਲ ਜਾਂਦਾ ਹਾਂ, ਮੈਂ ਸਕੂਲ ਜਾਂਦਾ ਹਾਂ, ਤਾਂ ਇਹ ਕੀ ਹੋ ਗਿਆ? ਜਾਂਦਾ ਹਾਂ, ਇਹ ਹੋ ਗਿਆ ਸਕਰਮਕ। ਹੁਣ ਸਕਰਮਕ ਦੇ ਵੀ ਦੋ ਰੂਪ ਹੋ ਗਏ, ਸਕਰਮਕ ਦੇ ਵੀ ਦੋ ਰੂਪ ਹੋ ਗਏ, ਪੂਰਨ ਅਤੇ ਦੂਸਰਾ ਹੋ ਗਿਆ ਅਪੂਰਨ। ਸੇਮ ਇਹਦੇ ਵਿੱਚ ਵੀ ਉਹੀ ਸਿਸਟਮ ਹੈ। ਜਿਹੜੇ ਪੂਰਨ ਸਕਰਮਕ ਹੁੰਦੇ ਨੇ ਇਹਦੇ ਵਿੱਚ ਕਿਰਿਆ ਅਤੇ ਕਰਤਾ ਦੇ ਨਾਲ ਕਰਮ ਆਉਂਦਾ ਏ, ਪਰ ਇਹਦੇ ਵਿੱਚ ਪੂਰਨ ਦੇ ਵਿੱਚ ਕੀ ਹੁੰਦਾ? ਪੂਰਨ ਦੇ ਵਿੱਚ ਵਾਕ ਦਾ ਅਰਥ ਸਮਝ ਆ ਜਾਂਦਾ। ਜਿਵੇਂ ਕਿ ਉਹ ਹਾਕੀ ਖੇਡਦੇ ਨੇ, ਜਾਂ ਉਹ ਹਾਕੀ ਖੇਡਦੇ ਹਨ। ਠੀਕ ਹੈ, ਉਹ ਹਾਕੀ ਖੇਡਦੇ ਹਨ। ਹੁਣ ਸਾਨੂੰ ਵਾਕ ਦਾ ਇਹਦੇ ਵਿੱਚ ਅਰਥ ਪੂਰੀ ਤਰ੍ਹਾਂ ਸਮਝ ਆ ਰਿਹਾ ਕਿ ਹਾਂ ਉਹ ਹਾਕੀ ਖੇਡਦੇ ਨੇ। ਹੁਣ ਦੂਜਾ ਵਾਕ ਐਵੇਂ ਹੋ ਸਕਦਾ, ਮੈਂ ਉਸ ਨੂੰ ਬਣਾ ਦਿੱਤਾ ਹੈ। ਹੁਣ ਮੂਰਖ ਬਣਾਤਾ ਕਿ ਚੰਗਾ ਬੰਦਾ ਬਣਾਤਾ ਕੀ ਆਪਾਂ ਨੂੰ ਪਤਾ ਨਹੀਂ, ਪਰ ਇਹਦੇ ਵਿੱਚ ਕੀ ਹੈ? ਇਹਦੇ ਵਿੱਚ ਆਪਾਂ ਨੂੰ ਇਹਦੇ ਵਿੱਚ ਕਰਮ ਹੋ ਰਿਹਾ। ਮੈਂ ਉਸ ਨੂੰ, ਮੈਂ ਕਰਤਾ ਹੋ ਗਿਆ। ਠੀਕ ਹੈ, ਕਿਹਨੂੰ? ਉਸ ਨੂੰ, ਮੈਂ ਉਸ ਨੂੰ ਬਣਾ ਦਿੱਤਾ ਹੈ। ਆਪਣੇ ਕੋਲੇ ਕਰਤਾ ਵੀ ਹੋ ਗਿਆ, ਆਪਣੇ ਕੋਲ ਕਿਰਿਆ ਵੀ ਹੋ ਗਈ, ਆਪਣੇ ਕੋਲੇ ਕਰਮ ਵੀ ਹੋ ਗਿਆ, ਪਰ ਵਾਕ ਦਾ ਅਰਥ ਨਹੀਂ ਸਮਝ ਆ ਰਿਹਾ। ਠੀਕ ਹੈ, ਜਾਂ ਐਵੇਂ ਲਿਖ ਸਕਦੇ ਹਾਂ, ਦੂਸਰਾ ਇਹਦਾ ਸੈਂਟੈਂਸ ਐਵੇਂ ਲੈ ਸਕਦੇ ਹਾਂ ਕਿ ਮੈਂ ਉਸ ਦਾ ਕਰ ਰਿਹਾ ਸੀ। ਕੀ ਕਰ ਰਿਹਾ ਸੀ ਪਤਾ ਨਹੀਂ। ਠੀਕ ਹੈ, ਮੈਂ ਕਰਤਾ ਹੋ ਗਿਆ,
ਕਰਨਾ ਕਿਰਿਆ ਹੋ ਗਈ, ਉਸ ਦਾ ਮਤਲਬ ਕੀ ਹੋ ਗਿਆ, ਇਹ ਕਰਮ ਹੋ ਗਿਆ। ਮਤਲਬ ਕਿ ਅਕਰਮਕ ਅਤੇ ਸਕਰਮਕ ਦਾ ਇਹਨਾਂ ਦੇ ਦੋ ਹਿੱਸੇ ਹੋ ਸਕਦੇ ਨੇ, ਪੂਰਨ ਅਤੇ ਅਪੂਰਨ ਕਰਕੇ। ਪੂਰਨ ਜਿਹੜੇ ਵਾਕ ਹੁੰਦੇ ਨੇ ਉਹਨਾਂ ਦੇ ਵਿੱਚ ਸਾਨੂੰ ਵਾਕ ਦਾ ਅਰਥ ਸਮਝ ਆ ਜਾਂਦਾ, ਅਪੂਰਨ ਦੇ ਵਿੱਚ ਵਾਕ ਦਾ ਅਰਥ ਸਮਝ ਨਹੀਂ ਆਉਂਦਾ। ਠੀਕ ਹੈ, ਜ਼ਿਆਦਾ ਕਨਫਿਊਜ਼ ਨਹੀਂ ਹੋਣਾ। ਕਰਮ ਅਕਰਮਕ ਕਿਰਿਆ ਉਹ ਹੁੰਦੀ ਹੈ ਜਿਹਦੇ ਵਿੱਚ ਕਰਮ ਨਾ ਹੋਵੇ, ਸਕਰਮਕ ਕਿਰਿਆ ਉਹ ਹੁੰਦੀ ਹੈ ਜਿਹਦੇ ਵਿੱਚ ਕਰਮ ਹੋਵੇ। ਅਤੇ ਤੀਸਰਾ ਸਕਰਮਕ ਦਾ ਇੱਕ ਹਿੱਸਾ ਹੁੰਦਾ ਦੋ ਕਰਮਕ ਕਿਰਿਆ। ਇਹਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਦੋ ਕਰਮ ਆ ਜਾਂਦੇ ਨੇ। ਜਿਵੇਂ ਤੁਸੀਂ ਰੋਟੀ ਖਾ ਕੇ ਪਾਣੀ ਪੀ ਲਓ, ਪਾਣੀ ਪੀ ਲਓ। ਹੁਣ ਇਹਦੇ ਵਿੱਚ ਦੇਖੋ, ਇਹਦੇ ਵਿੱਚ ਇੱਕ ਤਾਂ ਕਰਮ ਹੋ ਗਿਆ ਰੋਟੀ, ਦੂਜਾ ਕਰਮ ਹੋ ਗਿਆ ਪਾਣੀ, ਦੋ ਕਰਮ ਹੋ ਗਏ ਨਾ। ਤਾਂ ਜਿਹੜੇ ਵਾਕਾਂ ਦੇ ਵਿੱਚ ਦੋ ਕਰਮ ਆ ਜਾਂਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ, ਉਹਦੇ ਵਿੱਚ ਹੁੰਦੀ ਆ ਦੁਕਰਮਕ ਕਿਰਿਆ। ਮਤਲਬ ਦੋ ਕਰਮ ਆ ਗਏ ਨਾ, ਰੋਟੀ ਵੀ ਕਰਮ ਆ ਗਿਆ, ਪਾਣੀ ਵੀ ਕਰਮ ਆ ਗਿਆ। ਇਹਦੇ ਵਿੱਚ ਕਿਰਿਆ ਵੀ ਦੋਹਰੀ ਆ ਜਾਂਦੀ ਹੈ, ਜਿਹਨੂੰ ਸੰਯੁਕਤ ਕਿਰਿਆ ਕਿਹਾ ਜਾਂਦਾ। ਉਹ ਆਪਾਂ ਅੱਗੇ ਗੱਲ ਕਰਾਂਗੇ ਸੰਯੁਕਤ ਕਿਰਿਆ ਕੀ ਹੁੰਦੀ ਹੈ। ਠੀਕ ਹੈ, ਤਾਂ ਜਿਹਦੇ ਵਿੱਚ ਦੋ ਕਰਮ ਆ ਗਏ ਉਹਨੂੰ ਦੁਕਰਮਕ ਕਿਰਿਆ ਕਿਹਾ ਜਾਂਦਾ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਦੂਜੇ ਟਾਈਪ ਦੀ। ਦੂਜੀ ਪ੍ਰਕਾਰ ਦੀ ਜਿਹੜੀ ਕਿਰਿਆ ਹੁੰਦੀ ਹੈ ਉਹਦੇ ਵਿੱਚ ਆ ਜਾਂਦੀ ਹੈ ਸਧਾਰਨ ਕਿਰਿਆ ਅਤੇ ਪ੍ਰੇਰਣਾਰਥਕ ਕਿਰਿਆ ਅਤੇ ਦੋਹਰੀ ਪ੍ਰੇਰਣਾਰਥਕ ਕਿਰਿਆ। ਠੀਕ ਹੈ, ਹੁਣ ਇੱਕ ਵਾਕ ਹੈ, ਦੇਖ ਲਓ। ਵਾਕ ਹੈ ਜਿਵੇਂ ਕਿ ਮੈਂ ਚਿੱਠੀ ਲਿਖੀ। ਠੀਕ ਹੈ, ਦੂਸਰਾ ਵਾਕ ਹੈ ਮੈਂ ਰਾਮ ਕੋਲੋਂ ਚਿੱਠੀ ਲਿਖਾਈ। ਤੀਸਰਾ ਵਾਕ ਹੈ ਮੇਰੇ ਕੋਲੇ ਮੈਂ ਰਾਮ ਨੂੰ ਕਹਿ ਕੇ ਸ਼ਾਮ ਕੋਲੋਂ ਚਿੱਠੀ ਲਿਖਵਾਈ। ਤਿੰਨ ਵਾਕ ਹੋ ਗਏ ਮੇਰੇ ਕੋਲੇ। ਪਹਿਲੇ ਵਾਕ ਦੇ ਵਿੱਚ ਕੀ ਕਰ ਰਿਹਾ, ਕਰਤਾ ਆਪ ਕੰਮ ਕਰ ਰਿਹਾ, ਤਾਂ ਇਹਨੂੰ ਕਿਹਾ ਜਾਂਦਾ ਹੈ ਸਧਾਰਨ ਕਿਰਿਆ, ਜਿਹਦੇ ਵਿੱਚ ਕਰਤਾ ਆਪ ਕੰਮ ਕਰਦਾ। ਠੀਕ ਹੈ, ਦੂਸਰੇ ਪ੍ਰਕਾਰ ਦੇ ਵਾਕ ਦੇ ਵਿੱਚ ਹੁੰਦਾ ਹੈ ਕਰਤਾ ਕਿਸੇ ਨੂੰ ਪ੍ਰੇਰਣਾ ਦੇ ਕੇ, ਕਿਸੇ ਨੂੰ ਕਹਿ ਕੇ ਉਹਦੇ ਕੋਲੋਂ ਕੰਮ ਕਰਵਾ ਰਿਹਾ ਹੈ। ਮੈਂ ਰਾਮ ਕੋਲੋਂ ਚਿੱਠੀ ਲਿਖਵਾਈ, ਤਾਂ ਇਹਦੇ ਵਿੱਚ ਕੀ ਆ, ਇਹਦੇ ਵਿੱਚ ਇਹ ਪ੍ਰੇਰਣਾਰਥਕ ਕਿਰਿਆ ਕਿ ਕਿਸੇ ਨੂੰ ਪ੍ਰੇਰਣਾ ਦਿੱਤੀ ਜਾ ਰਹੀ ਹੈ। ਅਤੇ ਤੀਸਰੇ ਦੇ ਵਿੱਚ ਕੀ ਹੁੰਦਾ ਹੈ, ਕਰਤਾ ਦੂਜੇ ਕਿਸੇ ਇਨਸਾਨ ਨੂੰ ਕਹਿ ਕੇ ਤੀਸਰੇ ਕੋਲੋਂ ਕੰਮ ਕਰਵਾਉਂਦਾ ਹੈ। ਠੀਕ ਹੈ, ਮਤਲਬ ਕਿ ਕਰਤਾ ਦੂਜੇ ਨੂੰ ਕਹਿ ਕੇ ਤੀਸਰੇ ਕੋਲੋਂ ਕੰਮ ਕਰਵਾਉਂਦਾ ਹੈ, ਤੀਸਰੇ ਇਨਸਾਨ ਨੂੰ ਪ੍ਰੇਰਣਾ ਦੇ ਕੇ ਕੰਮ ਕਰਵਾਉਂਦਾ ਹੈ, ਤਾਂ ਉਹਨੂੰ ਕਿਹਾ ਜਾਂਦਾ ਦੋਹਰੀ ਪ੍ਰੇਰਣਾਰਥਕ। ਕਿ ਇਹਦੇ ਵਿੱਚ ਮੈਂ ਆਪ ਚਿੱਠੀ ਲਿਖੀ, ਦੂਸਰੇ ਦੇ ਵਿੱਚ ਮੈਂ ਰਾਮ ਕੋਲੋਂ ਲਿਖਵਾਈ, ਤੀਸਰੇ ਦੇ ਵਿੱਚ ਮੈਂ ਰਾਮ ਨੂੰ ਕਹਿ ਕੇ ਸ਼ਾਮ ਕੋਲੋਂ ਚਿੱਠੀ ਲਿਖਵਾਈ। ਠੀਕ ਹੈ, ਦੂਸਰਾ ਟਾਈਪ ਉਮੀਦ ਕਰਦਾ ਤੁਹਾਨੂੰ ਸਮਝ ਲੱਗ ਗਿਆ ਹੋਣਾ, ਸਧਾਰਨ ਕਿਰਿਆ, ਪ੍ਰੇਰਣਾਰਥਕ ਕਿਰਿਆ ਅਤੇ ਦੋਹਰੀ ਪ੍ਰੇਰਣਾਰਥਕ ਕਿਰਿਆ। ਤੀਸਰੇ ਟਾਈਪ ਦੇ ਆਪਣੇ ਕੋਲ ਆ ਜਾਂਦੇ ਨੇ ਇਕਹਿਰੀ ਕਿਰਿਆ ਅਤੇ ਸੰਯੁਕਤ ਕਿਰਿਆ। ਦੇਖੋ ਇਕਹਿਰੀ ਕਿਰਿਆ ਮੈਂ ਤੁਹਾਨੂੰ ਪਿੱਛੇ ਸਮਝਾ ਕੇ ਹਟਿਆ, ਜਿਹਦੇ ਵਿੱਚ ਤਾਂ ਇੱਕ ਸਿੰਗਲ ਕਿਰਿਆ ਹੋਵੇ ਉਹਨੂੰ ਇਕਹਿਰੀ ਕਿਰਿਆ ਕਹਿ ਸਕਦੇ ਹਾਂ। ਜਿਵੇਂ ਸਿੰਪਲ ਤੁਸੀਂ ਰੋਟੀ ਖਾ ਲਓ। ਹੁਣ ਇਹਦੇ ਵਿੱਚ ਕੀ ਆ, ਇਹਦੇ ਵਿੱਚ ਖਾ ਲਓ ਸਿੰਗਲ ਕਿਰਿਆ ਹੋ ਗਈ, ਇਕਹਿਰੀ ਕਿਰਿਆ ਹੋ ਗਈ। ਸੰਯੁਕਤ ਕਿਰਿਆ ਦੇ ਵਿੱਚ ਕੀ ਹੁੰਦਾ ਹੈ, ਵਾਕ ਦੇ ਵਿੱਚ ਇੱਕ ਤੋਂ ਜ਼ਿਆਦਾ ਤਰ੍ਹਾਂ ਦੀ ਕਿਰਿਆ ਹੁੰਦੀ ਹੈ। ਜਿਵੇਂ ਤੁਸੀਂ ਰੋਟੀ ਖਾ ਕੇ ਪਾਣੀ ਪੀ ਲਓ, ਤੁਸੀਂ ਰੋਟੀ ਖਾ ਕੇ ਪਾਣੀ ਪੀ ਲਓ। ਤਾਂ ਜਿੱਥੇ ਵਾਕ ਦੇ ਵਿੱਚ ਇੱਕ ਤੋਂ ਜ਼ਿਆਦਾ ਤਰ੍ਹਾਂ ਦੀ ਕਿਰਿਆ ਹੁੰਦੀ ਹੈ, ਇੱਥੇ ਖਾਣਾ ਵੀ ਕਿਰਿਆ ਹੋ ਗਈ, ਇੱਥੇ ਪੀਣਾ ਵੀ ਕਿਰਿਆ ਹੋ ਗਈ, ਤਾਂ ਇਹ ਕੀ ਹੋ ਗਈ, ਸੰਯੁਕਤ ਕਿਰਿਆ ਹੋ ਗਈ। ਠੀਕ ਹੈ, ਇਕਹਿਰੀ ਕਿਰਿਆ ਦੇ ਵਿੱਚ ਇੱਕ ਤਰ੍ਹਾਂ ਦੀ ਕਿਰਿਆ ਹੁੰਦੀ ਹੈ, ਸੰਯੁਕਤ ਕਿਰਿਆ ਦੇ ਵਿੱਚ ਇੱਕ ਤੋਂ ਜ਼ਿਆਦਾ ਤਰ੍ਹਾਂ ਦੀ ਕਿਰਿਆ ਹੁੰਦੀ ਹੈ। ਅਤੇ ਚੌਥਾ ਜਿਹੜਾ ਟਾਈਪ ਹੁੰਦਾ ਹੈ, ਚੌਥਾ ਜਿਹੜਾ ਸਾਰਿਆਂ ਤੋਂ ਮੇਨ ਟਾਈਪ ਹੈ, ਇਹ ਹੁੰਦੀ ਹੈ ਮੂਲ ਕਿਰਿਆ ਜਾਂ ਮੁੱਖ ਕਿਰਿਆ। ਅਤੇ ਦੂਸਰਾ ਇਹਦੇ ਵਿੱਚ ਹੁੰਦਾ ਹੈ ਸਹਾਇਕ ਕਿਰਿਆ। ਮੂਲ ਕਿਰਿਆ ਹੁੰਦੀ ਹੈ ਦੇਖੋ ਮੂਲ ਕਿਰਿਆ ਹੁੰਦੀ ਹੈ ਮੁੱਖ ਕਿਰਿਆ। ਜਿਵੇਂ ਉਹ ਬੈਠਾ ਹੈ, ਉਹ ਬੈਠਾ ਅਕਰਮਕ ਕਿਰਿਆ ਆਪਾਂ ਨੂੰ ਪਤਾ। ਠੀਕ ਹੈ, ਹੁਣ ਬੈਠਣਾ ਉਹਦੀ ਕਿਰਿਆ, ਪਰ ਉਹਦੇ ਨਾਲ ਇਹ ਤਾਂ ਜਿਹੜਾ ਬੈਠਾ ਤਾਂ ਹੋ ਗਿਆ ਮੂਲ ਕਿਰਿਆ, ਜਿਹੜਾ ਉਹਦੇ ਨਾਲ ਹੈ ਲੱਗਿਆ ਨਾ, ਇਹਨੂੰ ਕਹਿੰਦੇ ਨੇ ਸਹਾਇਕ ਕਿਰਿਆ। ਹੈ, ਹਨ, ਸੀ, ਸਨ, ਇਹ ਸਾਰੇ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਵੀ ਇੱਕ ਵਾਕ ਦੱਸਿਆ ਸੀ ਕਿ ਉਹ ਹੈ ਦੇ ਵਿੱਚ ਵੀ ਇਹ ਹੈ ਆ ਜੋ ਕਿਰਿਆ, ਜਿਹੜਾ ਹੈ ਇਹ ਕਿਰਿਆ, ਇਹਨੂੰ ਸਹਾਇਕ ਕਿਰਿਆ ਜਾਂ ਸਸਰੰਗੀ ਕਿਰਿਆ ਕਿਹਾ ਜਾਂਦਾ। ਸਹਾਇਕ ਕਿਰਿਆ ਨੂੰ ਹੀ ਸਸਰੰਗੀ ਕਿਰਿਆ ਕਿਹਾ ਜਾਂਦਾ। ਠੀਕ ਹੈ, ਇਹ ਚੀਜ਼ ਤੋਂ ਬਿਲਕੁਲ ਕਨਫਿਊਜ਼ ਨਹੀਂ ਹੋਣਾ, ਕਿਉਂਕਿ ਸਸਰੰਗੀ ਕਿਰਿਆ ਮੇਰੇ ਯਾਦ ਨਹੀਂ ਕਿਹੜੇ ਪੇਪਰ ਦੇ ਵਿੱਚ ਇਹ ਕੁਐਸਚਨ ਆਇਆ ਸੀ ਸਸਰੰਗੀ ਕਿਰਿਆ ਬਾਰੇ, ਕਿ ਸਸਰੰਗੀ ਕਿਰਿਆ ਕੀ ਹੈ। ਤਾਂ ਜਿਹੜੇ ਵਾਕ ਦੇ ਅੰਤ ਦੇ ਵਿੱਚ ਜਿਹੜੇ ਹੁੰਦੇ ਨੇ ਨਾ, ਇਹ ਸਹਾਇਕ ਕਿਰਿਆ, ਇਹਨੂੰ ਸਹਾਇਕ ਕਿਰਿਆ ਵੀ ਕਿਹਾ ਜਾਂਦਾ, ਇਸੇ ਨੂੰ ਹੀ ਸਸਰੰਗੀ ਕਿਰਿਆ ਕਿਹਾ ਜਾਂਦਾ। ਠੀਕ ਹੈ, ਉਮੀਦ ਕਰਦਾ ਕਿਰਿਆ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਹੋਣੀ। ਹੁਣ ਚੱਲਦੇ ਆਪਾਂ ਅਗਲੇ ਟੌਪਿਕ 'ਤੇ।
ਅਗਲਾ ਟੌਪਿਕ ਆਪਣੇ ਕੋਲ ਲਿੰਗ। ਦੇਖੋ ਲਿੰਗ ਕੀ ਹੁੰਦੇ ਨੇ, ਜਿਹੜੇ ਸ਼ਬਦ ਇਸਤਰੀ ਅਤੇ ਪੁਰਖ ਦੇ ਭੇਦਾਂ ਨੂੰ ਪ੍ਰਗਟ ਕਰਦੇ ਨੇ। ਇਸਤਰੀ ਅਤੇ ਪੁਰਸ਼ ਦੇ ਭੇਦਾਂ ਨੂੰ, ਮਤਲਬ ਕਿ ਇਸਤਰੀ ਅਤੇ ਪੁਰਸ਼ ਦੇ ਵਿੱਚ ਜਿਹੜੇ ਅੰਤਰ ਸਾਨੂੰ ਸ਼ੋਅ ਕਰਦੇ ਨੇ, ਉਹਨਾਂ ਨੂੰ ਅਸੀਂ ਲਿੰਗ ਕਹਿੰਦੇ ਹਾਂ। ਲਿੰਗ ਦੋ ਤਰ੍ਹਾਂ ਦੇ ਹੁੰਦੇ ਨੇ, ਪੁਲਿੰਗ ਅਤੇ ਇਸਤਰੀ ਲਿੰਗ। ਪੁਲਿੰਗ ਜਿਹੜੇ ਸਾਨੂੰ ਮਰਦ ਕੈਟਾਗਰੀ ਦਾ ਗਿਆਨ ਕਰਵਾਉਂਦੇ ਨੇ, ਅਤੇ ਇਸਤਰੀ ਲਿੰਗ ਹੁੰਦੇ ਨੇ ਜਿਹੜੇ ਸਾਨੂੰ ਇਸਤਰੀ ਲਿੰਗ ਕੈਟਾਗਰੀ ਦਾ ਗਿਆਨ ਕਰਵਾਉਂਦੇ ਨੇ। ਹੁਣ ਦੇਖੋ ਕੁਐਸਚਨਸ ਕਿਸ ਤਰ੍ਹਾਂ ਦੇ ਬਣਦੇ ਨੇ। ਅੱਜ ਕੱਲ੍ਹ ਤੁਹਾਨੂੰ ਡਾਇਰੈਕਟ ਹੀ ਕੁਐਸਚਨ ਬਣ ਜਾਂਦੇ ਨੇ। ਡਾਇਰੈਕਟ ਹੀ ਦਿੱਤਾ ਹੁੰਦਾ ਕਿ ਜੇਕਰ ਲਿੰਗ ਬਦਲਣਾ ਹੋਵੇ ਇਸ ਕੈਟਾਗਰੀ ਦਾ, ਐਵੇਂ ਵੀ ਦਿੱਤਾ ਜਾ ਸਕਦਾ ਜਿਨ੍ਹਾਂ ਪੁਲਿੰਗ ਨਾਮਾਂ ਦੇ ਅੰਤ ਵਿੱਚ ਕੰਨਾ ਲੱਗਦਾ ਹੋਵੇ, ਉਹਦਾ ਪੁਲਿੰਗ ਕਿਵੇਂ ਬਦਲ ਸਕਦੇ ਹਾਂ ਅਸੀਂ, ਠੀਕ ਹੈ, ਉਹਦਾ ਇਸਤਰੀ ਲਿੰਗ ਕਿਵੇਂ ਬਦਲ ਸਕਦੇ ਹਾਂ। ਤਾਂ ਐਵੇਂ ਦੇ ਕੁਐਸਚਨ ਬਣਦੇ ਨੇ। ਤੁਸੀਂ ਇਹ ਕੁਛ ਰੂਲ ਨੇ ਯਾਦ ਰੱਖਣੇ ਨੇ। ਜਿਨ੍ਹਾਂ ਪੁਲਿੰਗ ਨਾਮਾਂ ਦੇ ਅੰਤ ਵਿੱਚ ਕੰਨਾ ਆਉਂਦਾ ਹੋਵੇ, ਉਹਨਾਂ ਦੇ ਅੰਤ ਦੇ ਵਿੱਚ ਕੰਨਾ ਹਟਾ ਕੇ ਬਿਹਾਰੀ ਲਗਾ ਦਿੱਤੀ ਜਾਂਦੀ ਹੈ। ਜਿਵੇਂ ਕਿ ਚਾਚਾ, ਚਾਚੀ, ਦਾਦਾ, ਦਾਦੀ, ਨਾਨਾ, ਨਾਨੀ, ਕਾਕਾ, ਕਾਕੀ। ਮਤਲਬ ਕਿ ਜਿਨ੍ਹਾਂ ਦੇ ਪਿੱਛੇ ਕੰਨਾ ਆ ਰਿਹਾ, ਕੰਨਾ ਹਟਾ ਕੇ ਉਹਦੀ ਜਗ੍ਹਾ 'ਤੇ ਬਿਹਾਰੀ ਲਗਾ ਦਿੱਤੀ ਜਾਂਦੀ ਹੈ। ਅਤੇ ਦੂਸਰੀ ਇੱਕ ਹੋਰ ਫੇਮਸ ਕੈਟਾਗਰੀ ਆਉਂਦੀ ਆ, ਜਿਹਦੇ ਵਿੱਚ ਕੀ ਹੁੰਦਾ ਹੈ, ਜਿਹਦੇ ਵਿੱਚ ਪੁਲਿੰਗ ਸ਼ਬਦ ਦੇ ਅੰਤ ਦੇ ਵਿੱਚ ਬਿਹਾਰੀ ਆ ਜਾਂਦੀ ਹੈ। ਜਿਵੇਂ ਕਿ ਆ ਜਾਂਦਾ ਮਾਲੀ, ਠੀਕ ਹੈ, ਹਾਥੀ, ਮਾਲੀ ਆ ਗਿਆ ਹਾਥੀ। ਹਾਥੀ ਦਾ ਕੀ ਲਿਖਾਂਗੇ ਅਸੀਂ? ਹਾਥਣ। ਹਾਥਣ ਵੀ ਲਿਖ ਸਕਦੇ ਹਾਂ। ਇਹਦੇ ਵਿੱਚ ਤੁਸੀਂ ਜਾਂ ਤਾਂ ਉਹਦੇ ਪਿੱਛੋਂ ਬਿਹਾਰੀ ਹਟਾ ਕੇ ਜਾਂ ਤਾਂ ਨ ਜਾਂ ਣ, ਜਾਂ ਇਹਨਾਂ ਦੋਨਾਂ 'ਚੋਂ ਕਿਸੇ ਵੀ ਇੱਕ ਦੇ ਨਾਲ ਬਿਹਾਰੀ ਲਾ ਕੇ ਵੀ ਇਹ ਲਿਖਿਆ ਜਾਂਦਾ। ਜਿਵੇਂ ਹਾਥਣ ਨੂੰ ਹਾਥੀ ਦੀ ਜਗ੍ਹਾ 'ਤੇ ਹਾਥਣ ਵੀ ਲਿਖ ਸਕਦੇ ਹਾਂ, ਹਾਥਣੀ ਲਿਖ ਸਕਦੇ ਹਾਂ। ਮਾਲੀ ਦੀ ਜਗ੍ਹਾ 'ਤੇ ਮਾਲਣ ਆ ਜਾਣਾ, ਠੀਕ ਹੈ। ਉਸ ਤੋਂ ਬਾਅਦ ਪਤੀ ਦੀ ਜਗ੍ਹਾ 'ਤੇ ਪਤਨੀ ਆ ਜਾਣਾ। ਮਤਲਬ ਕੀ ਹੁੰਦਾ, ਜਿਹੜੀ ਪਿੱਛੇ ਬਿਹਾਰੀ ਦਿੱਤੀ ਹੋਈ ਆ ਉਹਨੂੰ ਹਟਾ ਕੇ ਉਹਦੀ ਜਗ੍ਹਾ 'ਤੇ ਜਾਂ ਤਾਂ ਣ ਜਾਂ ਨ ਲਿਖ ਸਕਦੇ ਹਾਂ, ਅਤੇ ਜਾਂ ਉਹਦੇ ਨਾਲ ਅਸੀਂ ਬਿਹਾਰੀ ਸ਼ਬਦ ਦਾ ਵੀ ਇਸਤੇਮਾਲ ਕਰ ਸਕਦੇ ਹਾਂ। ਨ ਜਾਂ ਣ ਦੇ ਨਾਲ ਬਿਹਾਰੀ ਅਸੀਂ ਲੈ ਸਕਦੇ ਹਾਂ, ਠੀਕ ਹੈ। ਇੱਕ ਦੋ ਹੋਰ ਐਗਜ਼ਾਮਪਲ ਆਪਾਂ ਸੋਚ ਸਕਦੇ ਹਾਂ। ਅਤੇ ਜਿਵੇਂ ਆਪਾਂ ਕਹਿ ਸਕਦੇ ਹਾਂ ਪਟਵਾਰੀ, ਠੀਕ ਹੈ। ਪਟਵਾਰੀ ਨੂੰ ਕੀ ਲਿਖਾਂਗੇ ਅਸੀਂ? ਪਟਵਾਰਨ, ਠੀਕ ਹੈ ਦੋਸਤੋ। ਅੱਗੇ ਜਿਹੜੇ ਮੁਕਤਾ ਸ਼ਬਦ ਨਾਲ ਲਿਖੇ ਜਾਂਦੇ ਨੇ, ਮੁਕਤਾ ਸ਼ਬਦ ਨਾਲ ਜਿਹੜੇ ਪੁਲਿੰਗ ਲਿਖੇ ਜਾਂਦੇ ਨੇ, ਉਹਨਾਂ ਦੇ ਵਿੱਚ ਬਹੁਤ ਕੋਈ ਜ਼ਿਆਦਾ ਕਨਫਿਊਜ਼ਨ ਨਹੀਂ ਹੁੰਦੀ, ਕਿਉਂਕਿ ਜਿਹੜੇ ਮੁਕਤਾ ਜਿਹਨਾਂ ਦੇ ਅੰਤ ਦੇ ਵਿੱਚ ਆ ਜਾਂਦਾ ਨਾ, ਉਹ ਕਿਸੇ ਵੀ ਤਰੀਕੇ ਨਾਲ ਲਿਖੇ ਜਾ ਸਕਦੇ ਨੇ। ਉਹਦੇ ਪਿੱਛੇ ਬਿਹਾਰੀ ਲਾ ਕੇ ਵੀ ਇਸਤਰੀ ਲਿੰਗ ਬਣ ਜਾਂਦਾ, ਕਈ ਸ਼ਬਦਾਂ ਦੇ ਪਿੱਛੇ ਕੰਨਾ ਲਾ ਕੇ ਵੀ ਇਸਤਰੀ ਲਿੰਗ ਬਣ ਜਾਂਦਾ। ਤਾਂ ਆਪਾਂ ਇੱਕ ਦੋ ਐਗਜ਼ਾਮਪਲ ਸਾਰਿਆਂ ਦੇ ਦੇਖ ਲੈਂਦੇ ਹਾਂ। ਜਿਵੇਂ ਮੁਕਤਾ ਪੁਲਿੰਗ ਦੇ ਅੰਤ ਵਿੱਚ ਬਿਹਾਰੀ ਲਗਾ ਕੇ ਇਸਤਰੀ ਲਿੰਗ ਬਣਾ ਦਿੱਤਾ ਜਾਂਦਾ ਹੈ, ਠੀਕ ਹੈ। ਦੇਖੋ ਜਿਵੇਂ ਆਪਾਂ ਨੂੰ ਦਿੱਤਾ ਹੋਇਆ, ਇਹਦਾ ਐਗਜ਼ਾਮਪਲ ਆਪਾਂ ਲੈ ਸਕਦੇ ਹਾਂ। ਜਿਵੇਂ ਮੰਨ ਲਓ ਮੱਖਣ, ਠੀਕ ਹੈ। ਮੱਖਣ ਦਾ ਕੀ ਲਿਖਾਂਗੇ ਅਸੀਂ? ਮੱਖਣੀ, ਠੀਕ ਹੈ। ਉਸ ਤੋਂ ਬਾਅਦ ਅਸੀਂ ਲਿਖ ਸਕਦੇ ਹਾਂ ਹਿਰਨ, ਠੀਕ ਹੈ। ਹਿਰਨ ਦਾ ਕੀ ਲਿਖਾਂਗੇ ਅਸੀਂ? ਹਿਰਨੀ। ਕੀ ਹੋ ਰਿਹਾ, ਅੰਤ ਦੇ ਵਿੱਚ ਜਿਹੜਾ ਪੁਲਿੰਗ ਆ ਉਹਦੇ ਅੰਤ ਦੇ ਵਿੱਚ ਬਿਹਾਰੀ ਲਗਾ ਕੇ ਲਿਖ ਦਿੱਤਾ ਜਾਂਦਾ। ਦੂਸਰਾ ਇਹਦੇ ਪਿੱਛੇ ਅਸੀਂ ਕੰਨਾ ਲਾ ਕੇ ਵੀ ਲਿਖ ਸਕਦੇ ਹਾਂ ਮੁਕਤੇ ਦੇ। ਜਿਵੇਂ ਲਿਖੀਏ ਆਪਾਂ ਕਿ ਅਧਿਆਪਕ ਤਾਂ ਅਧਿਆਪਕਾ ਹੋ ਜਾਣਾ। ਅਧਿਆਪਿਕਾ ਨਹੀਂ ਹੁੰਦਾ, ਅਧਿਆਪਿਕਾ ਹਿੰਦੀ ਦਾ ਸ਼ਬਦ ਹੈ, ਅਧਿਆਪਕਾ ਪੰਜਾਬੀ ਦੇ ਵਿੱਚ ਹੁੰਦਾ, ਠੀਕ ਆ, ਯਾਦ ਰੱਖਣਾ। ਲੇਖਕ, ਐਵੇਂ ਹੀ ਲੇਖਕ ਦਾ ਵੀ ਲੇਖਿਕਾ ਨਹੀਂ ਹੁੰਦਾ, ਲੇਖਕ ਦਾ ਵੀ ਲੇਖਕਾ ਹੀ ਹੁੰਦਾ। ਪੰਜਾਬੀ ਦਾ ਜਿਹੜਾ ਸ਼ਬਦ ਆ ਉਹ ਲੇਖਕਾ, ਠੀਕ ਹੈ। ਉਸ ਤੋਂ ਬਿਨਾਂ ਨਾਇਕ ਦੇ ਪਿੱਛੇ ਕੰਨਾ ਲਾ ਕੇ ਕੀ ਲਿਖ ਦਾਂਗੇ ਅਸੀਂ? ਨਾਇਕਾ, ਠੀਕ ਹੈ ਹੋ ਗਿਆ। ਅਤੇ ਉਸ ਤੋਂ ਬਾਅਦ ਚੌਥਾ, ਜੇ ਮੁਕਤੇ ਦੀ ਥਾਂ ਤੇ ਨੀ ਜਾਂ ਣੀ ਸ਼ਬਦ ਵੀ ਅਸੀਂ ਵਰਤੋਂ ਕਰ ਸਕਦੇ ਹਾਂ। ਕਿਵੇਂ? ਦੇਖੋ ਜਿਵੇਂ ਇਹ ਹੋ ਗਈ ਇਹਦੀ ਕੈਟਾਗਰੀ, ਠੀਕ ਹੈ। ਹੁਣ ਇਹਦੀ ਕੈਟਾਗਰੀ ਕਿਵੇਂ ਲਿਖਾਂਗੇ ਅਸੀਂ? ਜਿਵੇਂ ਉੱਠਣੀ, ਠੀਕ ਹੈ। ਉਸ ਤੋਂ ਬਾਅਦ ਹੋਰ ਅਸੀਂ ਲਿਖ ਸਕਦੇ ਹਾਂ ਜਿਵੇਂ ਕਿ ਸਰਪੰਚ, ਸਰਪੰਚਣੀ,
मतलब कि ਜਿਹੜੇ ਮੁਕਤਾ ਸ਼ਬਦ ਆ ਜਾਂਦੇ ਨਾ ਪਿੱਛੇ, ਜਿਵੇਂ ਆ ਪਿੱਛੇ ਮੁਕਤਾ ਸ਼ਬਦ ਜਿਹੜਾ ਆ ਰਿਹਾ ਹੈ, ਇਹਦੇ ਨਾਲ ਕਿਸੇ ਵੀ ਤਰ੍ਹਾਂ ਜਿਹੜੇ ਸ਼ਬਦ ਨੇ ਉਹ ਲਿਖੇ ਜਾ ਸਕਦੇ ਨੇ। ਇਹ ਤੁਹਾਨੂੰ ਜੇ ਡਾਇਰੈਕਟਲੀ ਤੁਹਾਨੂੰ ਸ਼ਬਦ ਹੀ ਪੁੱਛ ਲਿਆ ਜਾਵੇ ਤਾਂ ਤੁਹਾਨੂੰ ਲੌਜਿਕ ਲਾ ਕੇ ਦੇਖਣਾ ਪੈਣਾ ਕਿ ਇਹਦਾ ਜਿਹੜਾ ਇਸਤਰੀ ਲਿੰਗ ਹੋ ਸਕਦਾ। ਅਦਰਵਾਈਜ਼ ਤੁਹਾਨੂੰ ਪੇਪਰ ਦੇ ਵਿੱਚ ਇਹਦਾ ਕੋਈ ਕੁਐਸਚਨ ਡਾਇਰੈਕਟਲੀ ਐਵੇਂ ਤਾਂ ਨਹੀਂ ਪੁੱਛਿਆ ਜਾ ਸਕਦਾ ਕਿ ਜੇ ਕੋਈ ਪੁਲਿੰਗ ਦੇ ਅੰਤ ਦੇ ਵਿੱਚ ਜੇ ਮਤਲਬ ਕੋਈ ਮੁਕਤਾ ਸ਼ਬਦ ਆਉਂਦਾ ਤਾਂ ਉਹਨੂੰ ਅਸੀਂ ਕਿਵੇਂ ਇਸਤਰੀ ਲਿੰਗ ਬਦਲ ਸਕਦੇ ਹਾਂ, ਇਹ ਤੁਹਾਨੂੰ ਨਹੀਂ ਪੁੱਛਿਆ ਜਾ ਸਕਦਾ। ਕਿਉਂਕਿ ਇਹਦੇ ਲਈ ਸਾਰੇ ਹੀ ਰੂਲ ਲੱਗ ਸਕਦੇ ਨੇ। ਠੀਕ ਹੈ, ਦੇਖ ਸਕਦੇ ਹੋ ਅੰਤਲੇ ਕੰਨਾਂ ਮਤਲਬ ਕੰਨਾਂ 'ਤੇ ਨੀ ਆਪਾਂ ਇਹ ਦੇਖ ਹੀ ਚੁੱਕੇ ਹਾਂ, ਕੰਨੇ ਦੀ ਜਗ੍ਹਾ 'ਤੇ ਨੀ ਜਾਣੀ ਤਾਂ ਆਪਾਂ ਦੇਖ ਹੀ ਚੁੱਕੇ ਹਾਂ। ਕਈ ਵਾਰ ਪੁਲਿੰਗ ਸ਼ਬਦ ਦਾ ਜਿਹੜਾ ਅੰਤਲਾ ਸ਼ਬਦ ਉਹ ਮੁਕਤਾ ਹੁੰਦਾ, ਉਹਦੀ ਜਗ੍ਹਾ 'ਤੇ ਵੀ ੜੀ ਲੱਗ ਜਾਂਦਾ। ੜੀ ਮਤਲਬ ਕਿ ਦੇਖੋ ਜਿਵੇਂ ਹੁੰਦਾ ਕਿ ਸੰਦੂਕੜੀ, ਠੀਕ ਹੈ, ਸੰਦੂਕੜੀ ਲਿਖਿਆ ਜਾ ਸਕਦਾ। ਠੀਕ ਹੈ, ਤਾਂ ਮਤਲਬ ਕਿ ਜਿਹੜੇ ਨਾਮ ਸ਼ਬਦ ਨੇ ਉਹ ਜਿਹਦੇ ਪਿੱਛੇ ਮੁਕਤਾ ਆ ਗਿਆ ਇਸਤਰੀ ਲਿੰਗ ਦੇ, ਮਤਲਬ ਲਿੰਗ ਦੇ ਪਿੱਛੇ ਜਿੱਥੇ ਮੁਕਤਾ ਆ ਗਿਆ ਤਾਂ ਉਹਨੂੰ ਕਿਸੇ ਵੀ ਤਰ੍ਹਾਂ ਅਸੀਂ ਚੇਂਜ ਕਰ ਸਕਦੇ ਹਾਂ। ਸਧਾਰਨ ਤੋਂ ਹੁਣ ਵਧੇਰੇ ਆਕਾਰ ਪ੍ਰਗਟ ਕਰਨ ਵਾਲੇ, ਦੇਖੋ ਜਿਵੇਂ ਕਦੇ ਕੀ ਹੁੰਦਾ, ਕਿਸੇ ਉਹਨਾਂ ਦਾ ਅਰਥ ਵੀ ਅਲੱਗ ਹੁੰਦਾ ਅਤੇ ਉਹਨਾਂ ਦਾ ਸਾਈਜ਼ ਦਾ ਹੀ ਫਰਕ ਪੈਂਦਾ। ਜਿਵੇਂ ਮੈਂ ਕਹਾਂ ਕਿ ਘੜੀ ਪਾਣੀ ਰੱਖਣ ਵਾਲੀ ਛੋਟੀ ਘੜੀ ਵੀ ਹੋ ਸਕਦੀ ਆ। ਘੜੀ ਜਿਹੜੀ ਆਪਾਂ ਟਾਈਮ ਪੀਸ ਕਹਿੰਦੇ ਹਾਂ ਉਹਨੂੰ ਵੀ ਘੜੀ ਕਹਿ ਸਕਦੇ ਹਾਂ। ਜਿਹੜੀ ਆਪਾਂ ਹੱਥ 'ਤੇ ਬੰਨ੍ਹਦੇ ਹਾਂ ਉਹ ਵੀ ਘੜੀ ਹੋ ਸਕਦੀ ਆ। ਇਹਦਾ ਪੁਲਿੰਗ ਕੀ ਹੋਣਾ? ਘੜਾ। ਠੀਕ ਹੈ, ਉਸੇ ਤਰ੍ਹਾਂ ਜੇ ਮੈਂ ਕਹਾਂ ਕਿ ਸੋਟੀ, ਹੁਣ ਸੋਟੀ ਅਤੇ ਸੋਟੇ ਦੇ ਵਿੱਚ ਵੀ ਫਰਕ ਹੁੰਦਾ, ਸੋਟਾ। ਠੀਕ ਹੈ, ਜਿਵੇਂ ਹੁਣ ਮੈਂ ਕਹਾਂ ਕਿ ਜਾਂ ਆਪਾਂ ਲੈ ਸਕਦੇ ਹਾਂ ਮੋਟੀ ਮੋਟਾ ਲੈ ਸਕਦੇ ਹਾਂ, ਮੋਟੀ ਮੋਟਾ। ਮਤਲਬ ਕਿ ਕੁਛ ਜਿਹੜੇ ਸ਼ਬਦ ਹੁੰਦੇ ਨੇ ਉਹ ਐਵੇਂ ਦੇ ਵੀ ਹੁੰਦੇ ਨੇ ਜਿਨ੍ਹਾਂ ਦੇ ਇਸਤਰੀ ਲਿੰਗ ਅਤੇ ਪੁਲਿੰਗ ਦਾ ਵੀ ਫਰਕ ਹੁੰਦਾ ਹੈ। ਉਸ ਤਰ੍ਹਾਂ ਹੁਣ ਕੁਛ ਇਹੋ ਜਿਹੇ ਵੀ ਸ਼ਬਦ ਹੁੰਦੇ ਨੇ ਜਿਹੜੇ ਇਸਤਰੀ ਲਿੰਗ ਤੋਂ ਪੁਲਿੰਗ ਬਣਦੇ ਨੇ। ਜਿਵੇਂ ਕਿ ਦੇਖੋ ਇੱਕ ਮਿੰਟ, ਕੁਛ ਪੁਲਿੰਗ ਸ਼ਬਦ ਇਹੋ ਜਿਹੇ ਹੁੰਦੇ ਨੇ, ਮਤਲਬ ਪੁਲਿੰਗ ਸ਼ਬਦ ਐਵੇਂ ਦੇ ਹੁੰਦੇ ਨੇ ਜਿਹੜੇ ਇਸਤਰੀ ਲਿੰਗ ਤੋਂ ਬਣਦੇ ਨੇ। ਜਿਵੇਂ ਲਿਖ ਸਕਦੇ ਆਪਾਂ, ਜਿਵੇਂ ਇੱਟ ਦਾ ਕੋਈ ਵੀ ਪੁਲਿੰਗ ਨਹੀਂ ਹੁੰਦਾ, ਇੱਟ ਦਾ ਜਿਹੜਾ ਪੁਲਿੰਗ ਆ ਉਹ ਇੱਟ ਹੀ ਰਹਿਣਾ। ਠੀਕ ਹੈ, ਨਣਦ ਤੋਂ ਬਣਦਾ ਨਣਦੋਈਆ। ਭੈਣ ਤੋਂ ਬਣਦਾ ਭਣੋਈਆ। ਠੀਕ ਹੈ, ਇਸੇ ਤਰ੍ਹਾਂ ਹੋਰ ਲੈ ਸਕਦੇ ਆਪਾਂ ਇੱਕ ਦੋ ਉਦਾਹਰਣ, ਜਿਵੇਂ ਮਾਸੀ ਤੋਂ ਬਣਦਾ ਮਾਸੜ। ਠੀਕ ਹੈ, ਤਾਂ ਇਹ ਕੀ ਹੁੰਦੇ ਨੇ, ਇਹ ਕੁਛ ਐਵੇਂ ਦੇ ਵੀ ਹੁੰਦੇ ਨੇ ਜਿਹੜੇ ਇਸਤਰੀ ਲਿੰਗ ਤੋਂ ਮਤਲਬ ਪੁਲਿੰਗ ਸ਼ਬਦ ਬਣਦੇ ਨੇ। ਠੀਕ ਹੈ, ਅਗਲਾ ਆਪਾਂ ਦੇਖ ਲੈਂਦੇ ਹਾਂ ਸਹੁਰੇ ਦੇ ਪੁਲਿੰਗ ਹੁੰਦੇ ਨੇ ਜਿਹੜੇ। ਇਹ ਇੱਕ ਵਾਰ ਤੁਸੀਂ ਸਾਰੇ ਨਿਗਾਹ ਥਾਣੀ ਘੁਮਾ ਲਿਓ, ਕਿਉਂਕਿ ਦੇਖੋ ਸਹੁਰੇ ਦਾ ਸੱਸ ਹੁੰਦਾ, ਪਤਿਆਉਰਾ, ਪਤੀਸ, ਦਦਿਉਰਾ, ਜਿਹਨੂੰ ਦਾਦਾ ਸਹੁਰਾ ਵੀ ਕਿਹਾ ਜਾਂਦਾ। ਦਾਦੇ ਸਹੁਰੇ ਦੀ ਦਾਦਾ ਸੱਸ, ਇਹ ਆਪਾਂ ਨੋਰਮਲੀ ਯੂਜ਼ ਕਰਦੇ ਹਾਂ, ਪਰ ਅਸਲ ਦੇ ਵਿੱਚ ਜਿਹੜੇ ਲਿਖਣ ਦੇ ਵਿੱਚ ਆਉਂਦੇ ਨੇ ਇਹ ਦਦਿਉਰਾ ਅਤੇ ਦਦੇਹਸ ਹੁੰਦੇ ਨੇ। ਐਵੇਂ ਮਾਮੇ ਸਹੁਰੇ ਨੂੰ ਮਮਿਉਰਾ ਅਤੇ ਮਮੇਸ ਕਹਿੰਦੇ ਨੇ। ਸਾਲਾ ਸਾਲੇਹਾਰ, ਨਨਿਉਰਾ ਨਨਹੇਸ, ਫੁਫਿਉਰਾ ਫਫੇਸ, ਮਲਿਉਰਾ ਅਤੇ ਮਲੇਸ ਹੁੰਦੇ ਨੇ। ਠੀਕ ਹੈ, ਇਸ ਤੋਂ ਬਿਨਾਂ ਕਈ ਪੁਲਿੰਗ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਇਸਤਰੀ ਲਿੰਗ, ਮਤਲਬ ਇਹਨਾਂ ਦਾ ਅਲੱਗ ਹੀ ਸਿਸਟਮ ਹੁੰਦਾ। ਪੁਲਿੰਗਾਂ ਦਾ ਇਸਤਰੀ ਲਿੰਗ ਵੱਖ ਰੂਪ ਹੁੰਦਾ, ਜਿਵੇਂ ਫੁੱਫੜ ਭੂਆ। ਠੀਕ ਹੈ, ਪੁਰਖ ਇਸਤਰੀ ਜਾਂ ਪੁਰਸ਼ ਇਸਤਰੀ, ਸਾਡੂ ਸਾਲੀ, ਮੁੰਡਾ ਕੁੜੀ, ਉੱਲੂ ਬਤੌਰੀ, ਨਰ ਨਾਰੀ ਜਾਂ ਮਾਦਾ, ਦਰਿਆ ਨਦੀ, ਗੱਭਰੂ ਤੀਵੀਂ। ਠੀਕ ਹੈ, ਇਹ ਸਾਰੇ ਲੌਜੀਕਲ ਚੀਜ਼ਾਂ ਨੇ। ਠੀਕ ਹੈ, ਉਸ ਤੋਂ ਬਿਨਾਂ ਇੱਕ ਚੀਜ਼, ਇਹ ਕੁਛ ਸ਼ਬਦ ਐਵੇਂ ਦੇ ਨੇ ਜਿਨ੍ਹਾਂ ਦਾ ਕੋਈ ਪੁਲਿੰਗ ਨਹੀਂ ਹੁੰਦਾ। ਇਮਾਰਤ, ਇਹ ਸਾਰੇ ਇਸਤਰੀ ਲਿੰਗ ਨੇ। ਅੱਗ, ਰੁੱਤ, ਮਿਠਾਸ, ਸਲੇਟ, ਭੌਂ ਮਤਲਬ ਭੂਮੀ ਧਰਤੀ, ਸ਼ਾਂਤੀ, ਸ਼ੀਤ, ਬਿਜਲੀ, ਹਵਾ, ਛਾਂ, ਟਾਹਲੀ, ਜੀਵ, ਕੰਧ, ਇਹ ਸਾਰੇ ਕੀ ਨੇ, ਇਹਨਾਂ ਸਾਰਿਆਂ ਦਾ ਕੋਈ ਵੀ ਪੁਲਿੰਗ ਨਹੀਂ ਹੁੰਦਾ। ਇਹ ਸਾਰੇ ਸਿਰਫ ਇਸਤਰੀ ਲਿੰਗ ਹੁੰਦੇ ਨੇ। ਕੁਛ ਸ਼ਬਦ ਐਵੇਂ ਦੇ ਵੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਇਸਤਰੀ ਲਿੰਗ ਨਹੀਂ ਹੁੰਦਾ, ਸਿਰਫ ਪੁਲਿੰਗ ਹੁੰਦੇ ਨੇ, ਜਿਵੇਂ ਪਤਾਲ। ਠੀਕ ਹੈ, ਚੰਦ, ਸੂਰਜ, ਆਕਾਸ਼, ਜੰਗ ਜਾਂ ਯੁੱਧ, ਅਸਲ ਜਾਂ ਅਸਲਾ, ਸਿੱਕਾ, ਲੋਹਾ, ਤਾਂਬਾ, ਅਬਰਕ, ਕਲੇਸ਼। ਠੀਕ ਹੈ, ਬੰਬ, ਧਿਆਨ, ਇਹ ਸਾਰੇ ਕੀ ਹੁੰਦੇ ਨੇ, ਇਹ ਸਾਰੇ ਸਿਰਫ ਪੁਲਿੰਗ ਦੇ ਵਿੱਚ ਆਉਂਦੇ ਨੇ। ਇਹਨਾਂ ਦਾ
ਕੋਈ ਵੀ ਇਸਤਰੀ ਲਿੰਗ ਨਹੀਂ ਹੁੰਦਾ। ਠੀਕ ਹੈ ਜੀ, ਚੱਲਦੇ ਹਾਂ ਹੁਣ ਅੱਗੇ। ਦੇਖੋ ਆਪਣੇ ਕੋਲੇ ਜਿਹੜਾ ਅਗਲਾ ਟੌਪਿਕ ਆਪਣੇ ਕੋਲੇ ਆਉਂਦਾ, ਇੱਥੇ ਆਪਣਾ ਇਹ ਲਿੰਗ ਹੋ ਜਾਂਦਾ ਖਤਮ। ਲਿੰਗ ਦੇ ਵਿੱਚ 2-4 ਟੌਪਿਕ ਤੁਹਾਨੂੰ ਜਿਹੜੇ ਯਾਦ ਰੱਖਣ ਵਾਲੇ ਨੇ ਉਹ ਇਹੀ ਨੇ ਕਿ ਜੇਕਰ ਉਹਦੇ ਪਿੱਛੇ ਕੰਨਾ ਆ ਜੇ ਤਾਂ ਅਸੀਂ ਕਿਵੇਂ ਬਦਲ ਸਕਦੇ ਹਾਂ। ਕੰਨੇ ਨੂੰ ਹਟਾ ਕੇ ਅਸੀਂ ਉਹਦੀ ਜਗ੍ਹਾ ਬਿਹਾਰੀ ਲਿਖ ਸਕਦੇ ਹਾਂ। ਜੇਕਰ ਪੁਲਿੰਗ ਦੇ ਪਿੱਛੇ ਬਿਹਾਰੀ ਆ ਗਈ ਤਾਂ ਅਸੀਂ ਬਿਹਾਰੀ ਨੂੰ ਕਿਵੇਂ ਚੇਂਜ ਕਰ ਸਕਦੇ ਹਾਂ। ਐਵੇਂ ਦੇ 2-4 ਰੂਲ ਨੇ ਜਿਹੜੇ ਤੁਹਾਨੂੰ ਸਮਝਣ ਦੀ ਲੋੜ ਹੈ ਬਸ। ਉਸ ਤੋਂ ਬਿਨਾਂ ਵਚਨ ਦੀ ਗੱਲ ਕਰੀਏ ਤਾਂ ਵਚਨ ਹੁੰਦਾ ਹੈ ਕਿ ਜਿੱਥੋਂ ਸਾਨੂੰ ਕਿਸੇ ਵਿਅਕਤੀ ਜਾਂ ਸਥਾਨ ਜਾਂ ਵਸਤੂ ਦੇ ਇੱਕ ਜਾਂ ਇੱਕ ਤੋਂ ਜ਼ਿਆਦਾ ਹੋਣ ਦਾ ਪਤਾ ਲੱਗੇ। ਵਚਨ 2 ਤਰ੍ਹਾਂ ਦੇ ਹੁੰਦੇ ਨੇ, ਇੱਕ ਵਚਨ ਜਾਂ ਬਹੁਵਚਨ। ਠੀਕ ਹੈ, ਹੁਣ ਕਦੇ ਕਦੇ ਕਨਫਿਊਜ਼ਨ ਇਹਦੇ ਵਿੱਚ ਵੀ ਤੁਹਾਨੂੰ ਕ੍ਰੀਏਟ ਕੀਤੀ ਜਾ ਸਕਦੀ ਹੈ। ਦੇਖੋ, ਇੱਕ ਵਚਨ ਅਤੇ ਬਹੁਵਚਨ ਦੇ ਵਿੱਚ ਵੀ ਇੱਕ ਵਚਨ ਕੀ ਹੁੰਦੇ ਨੇ, ਇੱਕ ਵਚਨ ਦੇ 2 ਟਾਈਪ ਹੁੰਦੇ ਨੇ। ਠੀਕ ਹੈ, ਇਹਦੇ ਉੱਪਰ ਜ਼ਿਆਦਾ ਟਾਈਮ ਨਹੀਂ ਆਪਾਂ ਖਰਾਬ ਕਰਦੇ। ਇੱਕ ਵਚਨ ਦੇ 2 ਟਾਈਪ ਹੁੰਦੇ ਨੇ, ਕਿਹੜੇ ਕਿਹੜੇ? ਪਹਿਲਾ ਹੁੰਦਾ ਏ ਇੱਕ ਵਚਨ, ਜਿਵੇਂ ਇੱਕ ਵਚਨ ਹੁੰਦਾ ਏ, ਇਹਦਾ ਪਹਿਲਾ ਟਾਈਪ ਹੁੰਦਾ ਸਧਾਰਨ। ਠੀਕ ਆ, ਸਧਾਰਨ। ਅਤੇ ਦੂਜਾ ਹੁੰਦਾ ਏ ਸੰਬੰਧਕ ਜਾਂ ਸੰਬੰਧਕੀ। ਦੇਖੋ ਹੁਣ ਇੱਥੇ ਮੈਂ ਕਿਹਾ ਕਿ ਉਹ ਤੇਰਾ ਮੁੰਡਾ ਹੈ ਜਾਂ ਤੇਰਾ ਬੱਚਾ ਹੈ ਜਾਂ ਤੇਰਾ ਬੇਟਾ ਹੈ। ਮੈਂ ਲਿਖਿਆ ਤੇਰਾ ਮੁੰਡਾ ਹੈ। ਇਹ ਸਧਾਰਨ ਵਾਕ ਹੈ, ਇਹਦੇ ਵਿੱਚ ਮੁੰਡਾ ਇੱਕ ਵਚਨ ਹੈ। ਠੀਕ ਹੈ, ਹੁਣ ਇੱਥੇ ਮੈਂ ਕਿਹਾ ਕਿ ਤੇਰੇ ਮੁੰਡੇ ਮੇਰਾ ਕੰਮ ਵਿਗਾੜ ਦਿੱਤਾ। ਹੁਣ ਇੱਥੇ ਮੁੰਡਾ ਕੀ ਆ? ਇੱਥੇ ਵੀ ਇੱਕ ਵਚਨ ਹੀ ਹੈ ਨਾ। ਤਾਂ ਇਹ ਕੀ ਹੋ ਗਿਆ? ਇਹ ਸੰਬੰਧਕ ਹੀ ਇੱਕ ਵਚਨ ਹੋ ਗਿਆ। ਠੀਕ ਹੈ, ਸਧਾਰਨ ਦੇ ਵਿੱਚ ਸਿੰਪਲ ਉਹਨੇ ਮੁੰਡਾ ਦੇਤਾ, ਅਤੇ ਸੰਬੰਧਕੀ ਦੇ ਵਿੱਚ ਕੀ ਆ? ਉਹਨੇ ਦਿੱਤਾ। ਤਾਂ ਇੱਥੇ ਵੀ ਇੱਕ ਵਚਨ ਹੀ ਹੈ, ਪਰ ਤੁਸੀਂ ਕਿਉਂਕਿ ਤੁਹਾਨੂੰ ਪੇਪਰ ਦੇ ਵਿੱਚ ਇਸ ਤਰ੍ਹਾਂ ਇਹ ਕਨਫਿਊਜ਼ ਕਰਕੇ ਤੁਹਾਨੂੰ ਪਾ ਸਕਦਾ ਕਿ ਇਹ ਕਿਸ ਤਰ੍ਹਾਂ ਦਾ ਵਚਨ ਹੈ, ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ। ਇਹ ਸੰਬੰਧਕੀ ਵਚਨ ਹੈ ਤਾਂ ਇੱਕ ਵਚਨ ਹੀ ਹੈ ਪਰ ਸੰਬੰਧਕੀ ਵਚਨ ਹੈ। ਐਵੇਂ ਹੀ ਜਿਹੜੇ ਬਹੁਵਚਨ ਹੁੰਦੇ ਨੇ ਉਹਦੇ ਵੀ ਐਵੇਂ 2 ਟਾਈਪ ਹੁੰਦੇ ਨੇ। ਪਹਿਲਾ ਹੁੰਦਾ ਦੇਖੋ ਜਿਵੇਂ ਬਹੁਵਚਨ ਦੇ ਵਿੱਚ ਵੀ ਸਧਾਰਨ ਦੇ ਵਿੱਚ ਉਹ ਕਹਿ ਸਕਦਾ ਕਿ ਉਹ ਤੁਹਾਡੇ ਮੁੰਡੇ ਹਨ। ਹੁਣ ਸੰਬੰਧਕੀ ਦੇ ਵਿੱਚ ਉਹ ਕੀ ਕਹਿ ਸਕਦਾ? ਸੰਬੰਧਕੀ ਦੇ ਵਿੱਚ ਉਹ ਕਹਿ ਸਕਦਾ ਤੁਹਾਡੇ ਮੁੰਡਿਆਂ ਨੇ ਮੇਰਾ ਕੰਮ ਵਿਗਾੜ ਦਿੱਤਾ। ਠੀਕ ਹੈ, ਮਤਲਬ ਕਿ ਸੰਬੰਧਕੀ ਅਤੇ ਸਧਾਰਨ, ਬਹੁਵਚਨ ਅਤੇ ਇੱਕ ਵਚਨ ਦੇ ਵੀ 2 ਟਾਈਪ ਹੋ ਗਏ, ਸੰਬੰਧਕੀ ਅਤੇ ਸਧਾਰਨ। ਠੀਕ ਹੈ ਜੀ, ਚੱਲਦੇ ਹਾਂ ਅੱਗੇ। ਇਹਦੇ ਵੀ ਕੁਝ ਰੂਲ ਨੇ, ਤੁਸੀਂ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਯਾਦ ਰੱਖਣਾ। ਉਹ ਪੁਲਿੰਗ ਨਾਮ ਜਿਨ੍ਹਾਂ ਦੇ ਅੰਤ ਦੇ ਵਿੱਚ ਕੰਨਾ ਨਾ ਆਉਂਦਾ ਹੋਵੇ ਤਾਂ ਵਚਨ ਬਦਲਣ ਦੇ ਵਿੱਚ ਕੋਈ ਤਬਦੀਲੀ ਨਹੀਂ ਕਰਨੀ ਪੈਂਦੀ। ਮਤਲਬ ਕਿ ਜਿਵੇਂ ਕੁਝ ਸ਼ਬਦ ਐਵੇਂ ਦੇ ਹੁੰਦੇ ਨੇ, ਜਿਨ੍ਹਾਂ ਦੇ ਅੰਤ ਦੇ ਵਿੱਚ ਮਤਲਬ ਸਿਰਫ ਮੁਕਤਾ ਆਉਂਦਾ। ਜਿਵੇਂ ਪੈਨ ਇੱਕ ਹੋਵੇ ਚਾਹੇ ਜ਼ਿਆਦਾ ਹੋਵੇ, ਇਹਨਾਂ ਦਾ ਇੱਕ ਵਚਨ ਅਤੇ ਬਹੁਵਚਨ ਸੇਮ ਹੁੰਦਾ। ਸੱਪ, ਚੋਰ। ਠੀਕ ਹੈ, ਤਾਂ ਇਹ ਕੀ ਹੋ ਗਏ? ਮੋਰ। ਇਹਨਾਂ ਦਾ ਇੱਕ ਵਚਨ ਕੀ ਹੋ ਗਿਆ? ਇਹਨਾਂ ਦਾ ਇੱਕ ਵਚਨ ਅਤੇ ਬਹੁਵਚਨ ਸੇਮ ਰਹੂ। ਕਿਉਂ? ਇਹਨਾਂ ਦੇ ਪਿੱਛੇ ਮੁਕਤਾ ਸ਼ਬਦ ਆ ਰਿਹਾ। ਠੀਕ ਹੈ, ਤਾਂ ਇਹ ਐਜ਼ ਇਟ ਇਜ਼ ਐਵੇਂ ਦੇ ਐਵੇਂ ਹੀ ਇਹਨਾਂ ਦੇ ਬਹੁਵਚਨ ਵੀ ਰਹਿਣਗੇ। ਠੀਕ ਹੈ, ਦੂਜੇ ਹੁੰਦੇ ਨੇ ਉਹ ਪੁਲਿੰਗ ਸ਼ਬਦ ਜਿਨ੍ਹਾਂ ਦੇ ਅੰਤ ਦੇ ਵਿੱਚ ਕੰਨਾ ਹੋਵੇ ਤਾਂ ਉੱਥੇ ਕੰਨੇ ਦੀ ਜਗ੍ਹਾ 'ਤੇ ਲਾਵਾਂ ਲਾ ਦਿੱਤੀ ਜਾਂਦੀ ਹੈ। ਜਿਵੇਂ ਬੰਦੇ ਦਾ ਹੋ ਜਾਊਗਾ ਬੰਦੇ। ਖੋਤਾ, ਖੋਤੇ। ਠੀਕ ਹੈ, ਗਧਾ, ਗਧੇ। ਘੋੜਾ, ਘੋੜੇ। ਠੀਕ ਹੈ, ਸਮਝ ਲੱਗ ਗਿਆ? ਜਿੱਥੇ ਮਤਲਬ ਕੰਨਾ ਆ ਗਿਆ, ਜਿੱਥੇ ਪੁਲਿੰਗ ਦੇ ਨਾਲ ਕੰਨਾ ਆ ਗਿਆ, ਪੁਲਿੰਗ ਦੇ ਨਾਲ, ਇਸਤਰੀ ਲਿੰਗ ਦੇ ਨਾਲ ਨਹੀਂ, ਪੁਲਿੰਗ ਦੀ ਗੱਲ ਕਰ ਰਿਹਾ ਮੈਂ ਸਿਰਫ, ਇਹ ਵੀ ਯਾਦ ਰੱਖਣਾ। ਜਿੱਥੇ ਪੁਲਿੰਗ ਦੇ ਨਾਲ ਕੰਨਾ ਆ ਗਿਆ ਉੱਥੇ ਕੰਨੇ ਦੀ ਜਗ੍ਹਾ 'ਤੇ ਆਪਾਂ ਕੀ ਕਰ ਦਾਂਗੇ? ਲਾਵਾਂ ਲਾ ਦਾਂਗੇ। ਲਾਵਾਂ ਜਾਂ ਲਾਂ ਕਹਿ ਦਿੰਦੇ ਹਾਂ। ਉਹ ਇਸਤਰੀ ਲਿੰਗ ਤੀਜੇ ਹੁੰਦੇ ਨੇ ਕਿ ਉਹ ਇਸਤਰੀ ਲਿੰਗ ਜਾਂ ਪੁਲਿੰਗ ਸ਼ਬਦ ਜਿਨ੍ਹਾਂ ਦੇ ਅੰਤ ਦੇ ਵਿੱਚ ਮੁਕਤਾ ਹੋਵੇ ਤਾਂ ਮੁਕਤੇ ਦੀ ਜਗ੍ਹਾ 'ਤੇ ਕੰਨਾ ਅਤੇ ਉਹਦੇ ਨਾਲ ਕੀ ਕੀਤਾ ਜਾਂਦਾ? ਕੰਨੇ ਦੇ ਨਾਲ ਅੱਗੇ ਬਿੰਦੀ ਲਾ ਦਿੱਤੀ ਜਾਂਦੀ ਹੈ। ਠੀਕ ਹੈ, ਜਿਵੇਂ ਕਹਿ ਸਕਦੇ ਹਾਂ ਕਿ ਰੁੱਖ। ਇਸਤਰੀ ਲਿੰਗ ਅਤੇ ਪੁਲਿੰਗ ਨੇ ਇਹਦੇ ਵਿੱਚ, ਇਹ ਦੇਖੋ ਦੋਨੋਂ ਹੀ ਨੇ ਇਹਦੇ ਵਿੱਚ। ਰੁੱਖ, ਰੁੱਖਾਂ। ਠੀਕ ਹੈ, ਅੱਖ, ਅੱਖਾਂ। ਜਿਵੇਂ ਹੋਰ ਲੈ ਸਕਦੇ ਆਪਾਂ ਮਿੱਤਰ ਜਾਂ ਦੋਸਤ, ਮਿੱਤਰਾਂ।
ਠੀਕ ਹੈ। ਤਾਂ ਇਹ ਇਸਤਰੀ ਲਿੰਗ ਹੋਵੇ ਜਾਂ ਪੁਲਿੰਗ ਹੋਵੇ, ਜਿਹਦੇ ਪਿੱਛੇ ਮੁਕਤਾ ਆ ਗਿਆ ਤਾਂ ਉਹਦੇ ਪਿੱਛੇ ਅਸੀਂ ਬਿੰਦੀ ਲਾ ਕੇ ਉਹਨੂੰ ਅਸੀਂ ਮਤਲਬ ਕੰਨਾ ਲਾ ਕੇ ਬਿੰਦੀ ਲਾ ਕੇ ਉਹਨੂੰ ਅਸੀਂ ਅੱਗੇ ਵਧਾ ਸਕਦੇ ਹਾਂ। ਉਹ ਇਸਤਰੀ ਲਿੰਗ ਜਾਂ ਪੁਲਿੰਗ ਜਿਨ੍ਹਾਂ ਦੇ ਅੰਤ ਦੇ ਵਿੱਚ ਮੁਕਤਾ ਹੋਵੇ ਕੰਨੇ 'ਤੇ ਬਿੰਦੀ ਲਾ ਕੇ ਅੱਗੇ ਵਧਾ ਸਕਦੇ ਹਾਂ, ਸੇਮ ਉਹੀ ਆ। ਠੀਕ ਆ। ਹੁਣ ਇਸਤਰੀ ਲਿੰਗ ਅਤੇ ਮਤਲਬ ਇਸਤਰੀ ਲਿੰਗ ਦਾ ਬਹੁਵਚਨ, ਇਸਤਰੀ ਲਿੰਗ ਦਾ ਬਹੁਵਚਨ ਦੇਖੋ ਕਿਵੇਂ ਹੁੰਦਾ। ਜਿਵੇਂ ਸੇਮ ਆਪਾਂ ਇਹਨੂੰ ਐਵੇਂ ਲਿਖ ਸਕਦੇ ਹਾਂ, ਜਿਵੇਂ ਆਪਾਂ ਉਹਦੇ ਪਿੱਛੇ ਕੰਨਾ ਲਾ ਕੇ ਉੱਪਰ ਬਿੰਦੀ ਵੀ ਲਿਖ ਸਕਦੇ ਹਾਂ, ਆੜੇ ਨੂੰ ਕੰਨਾ ਵੀ ਪਾ ਸਕਦੇ ਹਾਂ ਆਪਾਂ। ਜਿਵੇਂ ਮੈਂ ਲਿਖ ਸਕਦਾ ਪੁਸਤਕ, ਪੁਸਤਕ ਨੂੰ ਅਸੀਂ ਲਿਖ ਸਕਦੇ ਹਾਂ ਪੁਸਤਕਾਂ। ਵਸਤੂ, ਠੀਕ ਹੈ, ਵਸਤੂ ਨੂੰ ਵਸਤੂਆਂ ਲਿਖ ਸਕਦੇ ਅਸੀਂ, ਵਸਤੂਆਂ। ਠੀਕ ਹੈ। ਅਤੇ ਉਸ ਤੋਂ ਬਾਅਦ ਹੋਰ ਆਪਾਂ ਸ਼ਬਦ ਲੈ ਸਕਦੇ ਹਾਂ, ਜਿਵੇਂ ਮੱਝ, ਮੱਝਾਂ। ਠੀਕ ਹੈ। ਕਲਮ, ਕਲਮਾਂ। ਠੀਕ ਹੈ। ਮਤਲਬ ਇਸਤਰੀ ਲਿੰਗ ਦਾ ਕੀ ਕਰਨ ਦੇ ਲਈ ਅਸੀਂ ਕੀ ਕਰਦੇ ਹਾਂ, ਜੇ ਉਹਦੇ ਪਿੱਛੇ ਇਸਤਰੀ ਲਿੰਗ ਦੇ ਪਿੱਛੇ ਜੇ ਤਾਂ ਕੁਛ ਲੱਗਿਆ ਆ ਗਿਆ, ਕੋਈ ਉਹਦੇ ਪਿੱਛੇ ਲੈਟਰ ਆ ਗਿਆ, ਹੋੜਾ ਹੋਵੇ, ਘਨੌੜਾ ਹੋਵੇ, ਜੋ ਵੀ ਹੋਵੇ, ਤਾਂ ਉਹਨੂੰ ਅਸੀਂ ਹਟਾ ਕੇ, ਜਾਂ ਬਿਹਾਰੀ ਹੋਵੇ ਤਾਂ ਉਹਦੀ ਜਗ੍ਹਾ 'ਤੇ ਅਸੀਂ ਕੀ ਕਰਦੇ ਹਾਂ, ਉਹਦੇ ਪਿੱਛੇ ਅਸੀਂ ਆੜੇ ਨੂੰ ਕੰਨਾ ਲਗਾ ਦਿੰਦੇ ਹਾਂ। ਅਤੇ ਜਦੋਂ ਉਹਦੇ ਪਿੱਛੇ ਮੁਕਤਾ ਸ਼ਬਦ ਆ ਜਾਵੇ ਤਾਂ ਮੁਕਤੇ ਦੇ ਨਾਲ ਅਸੀਂ ਕੰਨਾ ਲਾ ਕੇ ਉਹਦੇ ਉੱਪਰ ਬਿੰਦੀ ਲਗਾ ਦਿੰਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਦਲੈਂਕੜ, ਹੋੜਾ, ਘਨੌੜਾ, ਦਲਾਵਾਂ, ਜਿੱਥੇ ਇਹ ਸ਼ਬਦ ਆ ਗਏ ਇਹਨਾਂ ਦੇ ਪਿੱਛੇ ਤੁਸੀਂ ਕੁਛ ਨਹੀਂ ਕਰਨਾ, ਸਾਰਿਆਂ ਦੇ ਪਿੱਛੇ ਆੜੇ ਨੂੰ ਕੰਨਾ ਲਾ ਕੇ ਉੱਪਰ ਬਿੰਦੀ ਲਾ ਦੇਣੀ ਹੈ। ਜਿਵੇਂ ਮੈਂ ਲਿਖ ਸਕਦਾ ਆਲੂ, ਆਲੂਆਂ। ਠੀਕ ਹੈ। ਹੋਰ ਲਿਖ ਸਕਦੇ ਜਿਵੇਂ ਵਸਤੂ, ਵਸਤੂਆਂ ਮੈਂ ਤੁਹਾਨੂੰ ਦੱਸ ਕੇ ਹਟਿਆ। ਬਹੂ, ਬਹੂਆਂ। ਜਾਂ ਹੋਰ ਲੈ ਸਕਦੇ ਆਪਾਂ ਗਊ, ਗਊਆਂ। ਠੀਕ ਹੈ। ਤਾਂ ਕੀ ਕਰਨਾ, ਜੇ ਕਿਸੇ ਦੇ ਪਿੱਛੇ ਦਲੈਂਕੜ, ਹੋੜਾ, ਘਨੌੜਾ ਜਾਂ ਦਲਾਵਾਂ ਕੁਛ ਵੀ ਆ ਗਿਆ ਤਾਂ ਉਹਨੂੰ ਅਸੀਂ ਕੀ ਕਰਾਂਗੇ, ਉਹਨੂੰ ਅਸੀਂ ਉਹਦੇ ਪਿੱਛੇ ਅਸੀਂ ਮਤਲਬ ਆੜੇ ਨੂੰ ਕੰਨਾ ਲਾ ਦਾਂਗੇ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਜਿਨ੍ਹਾਂ ਦੇ ਅੰਤ ਦੇ ਵਿੱਚ ਟਿੱਪੀ ਜਾਂ ਬਿੰਦੀ ਦੀ ਵਰਤੋਂ ਹੋਵੇ, ਬਿੰਦੀ ਜਾਂ ਟਿੱਪੀ ਨੂੰ ਹਟਾ ਕੇ ਉਹਦੇ ਪਿੱਛੇ ਅਸੀਂ ਕੀ ਲਾ ਦਿੰਦੇ ਹਾਂ, ਉਹਦੇ ਪਿੱਛੇ ਅਸੀਂ ਆੜੇ ਨੂੰ ਕੰਨਾ ਜਾਂ ਵਾਵੇ ਨੂੰ ਕੰਨਾ ਲਾ ਦਿੰਦੇ ਹਾਂ। ਠੀਕ ਹੈ। ਜਿਵੇਂ ਮਾਂ, ਮਾਂ ਦੀ ਜਗ੍ਹਾ 'ਤੇ ਅਸੀਂ ਕੀ ਲਿਖ ਦਾਂਗੇ, ਮਾਵਾਂ। ਗਾਂ, ਗਊ ਦੀ ਜਗ੍ਹਾ 'ਤੇ ਗਊਆਂ ਲਿਖਿਆ ਸੀ, ਮਾਂ ਦੀ ਜਗ੍ਹਾ 'ਤੇ ਅਸੀਂ ਗਾਂ ਦੀ ਜਗ੍ਹਾ 'ਤੇ ਲਿਖਾਂਗੇ ਗਾਵਾਂ। ਉਸ ਤੋਂ ਬਾਅਦ ਅਸੀਂ ਲਿਖ ਸਕਦੇ ਹਾਂ ਜਿਵੇਂ ਨਾਂ, ਨਾਂ ਦੀ ਜਗ੍ਹਾ 'ਤੇ ਅਸੀਂ ਲਿਖਾਂਗੇ ਨਾਵਾਂ। ਠੀਕ ਹੈ। ਠੀਕ ਹੈ। ਉਮੀਦ ਕਰਦਾ ਸਮਝ ਲੱਗ ਗਿਆ ਹੋਣਾ ਇੰਨਾ ਕੁ ਤੁਹਾਨੂੰ। ਅਤੇ ਉਸ ਤੋਂ ਬਾਅਦ ਕਿਸੇ ਮਹਾਨ ਵਿਅਕਤੀ ਦੇ, ਜੇ ਹੁਣ ਅਸੀਂ ਲਿਖਣਾ ਹੋਵੇ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਤਾਂ ਕਿਸੇ ਮਹਾਨ ਵਿਅਕਤੀ ਦੇ ਨਾਮ ਦੇ ਨਾਲ ਹਮੇਸ਼ਾ ਹੀ ਜਿਹੜਾ ਉਹ ਬਹੁਵਚਨ ਬਣ ਜਾਂਦਾ। ਠੀਕ ਹੈ ਜੀ। ਬਹੁਵਚਨ, ਜਾਂ ਕਿਸੇ ਦੇ ਨਾਮ ਦੇ ਨਾਲ ਅਸੀਂ ਸ਼੍ਰੀ, ਸ਼੍ਰੀਮਤੀ, ਸ਼੍ਰੀਮਾਨ ਲਗਾ ਕੇ ਲਿਖਦੇ ਹਾਂ ਤਾਂ ਉਹ ਵੀ ਜਿਹੜਾ ਉਹ ਆਲਰੇਡੀ ਉਹ ਇੱਕ ਵਚਨ ਤੋਂ ਬਹੁਵਚਨ ਬਣ ਜਾਂਦਾ। ਕਈ ਸ਼ਬਦ ਅਜਿਹੇ ਹੁੰਦੇ ਨੇ ਜਿਨ੍ਹਾਂ ਦਾ ਇੱਕ ਵਚਨ ਹੁੰਦਾ ਹੀ ਨਹੀਂ, ਉਹ ਹਮੇਸ਼ਾ ਬਹੁਵਚਨ ਦੇ ਰੂਪ ਦੇ ਵਿੱਚ ਵਰਤੇ ਜਾਂਦੇ ਨੇ। ਕਿਵੇਂ, ਆਪਾਂ ਇੱਕ ਦੋ ਐਗਜ਼ਾਮਪਲ ਲੈ ਸਕਦੇ ਹਾਂ, ਜਿਵੇਂ ਆਪਾਂ ਕਹਿ ਸਕਦੇ ਹਾਂ ਮਾਪੇ, ਸਹੁਰੇ, ਪੇਕੇ, ਨਾਨਕੇ, ਜਾਂ ਲੋਕ ਕਹਿ ਸਕਦੇ ਆਪਾਂ, ਲੋਕ, ਦਾਦਕੇ। ਇਹ ਕੁਛ ਐਵੇਂ ਦੇ ਸ਼ਬਦ ਨੇ ਜਿਨ੍ਹਾਂ ਦਾ ਇੱਕ ਵਚਨ ਹੁੰਦਾ ਹੀ ਨਹੀਂ, ਇਹ ਹਮੇਸ਼ਾ ਬਹੁਵਚਨ ਦੇ ਵਿੱਚ ਲਿਖੇ ਜਾਂਦੇ ਨੇ। ਠੀਕ ਹੈ ਦੋਸਤੋ, ਅੱਜ ਦੇ ਲਈ ਇੰਨਾ ਹੀ। ਅਗਲੀ ਵੀਡੀਓ ਦੇ ਵਿੱਚ ਆਪਾਂ ਕਵਰ ਕਰਾਂਗੇ ਕਾਰਕ। ਕਾਰਕ ਦੇ ਨਾਲ ਹੀ ਆਪਾਂ ਜਿਹੜੇ ਆਪਣੇ ਟੌਪਿਕ ਬਚ ਗਏ ਉਹ ਸਾਰੇ ਆਪਾਂ ਇਹਦੇ ਵਿੱਚ ਅਗਲੀ ਵੀਡੀਓ 'ਚ ਕੋਸ਼ਿਸ਼ ਕਰਾਂਗੇ ਕਿ ਸਾਰੇ ਕਵਰ ਕਰ ਸਕੀਏ। ਬਹੁਤ ਜ਼ਿਆਦਾ ਲੰਬੀ ਵੀਡੀਓ ਬੋਰ ਕਰ ਦਿੰਦੀ ਹੈ, ਤੁਹਾਨੂੰ ਵੀ ਪਤਾ ਹੈ। ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਨਵੇਂ ਜੁੜੇ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਜਿਹੜੇ ਬੱਚੇ ਕਿਸੇ ਵੀ ਪੰਜਾਬ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹ ਸਾਡੇ ਚੈਨਲ ਦੇ ਨਾਲ ਜੁੜੇ ਰਹੋ। ਕੁਛ ਵੀ ਪੁੱਛਿਆ ਜਾਂਦਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ। ਸਤਿ ਸ਼੍ਰੀ ਅਕਾਲ ਜੀ।